ਅਮਰਜੀਤ ਕੌਂਕੇ ਦੀ ਬੱਚਿਆਂ ਲਈ ਪੁਸਤਕ ਹੈ ਲੱਕੜ ਦੀ ਕੁੜੀ। ਪਹਿਲੀ ਕਹਾਣੀ ਲੋਕ ਕਥਾ ਹੈ ਗੁਜਰਾਤ ਦੀ। ਸ਼ੇਰ ਨੂੰ ਸਵਾ ਸ਼ੇਰ। ਸੇਠ ਧਨੀ ਰਾਮ ਸਿਰਫ ਨਾਂ ਦਾ ਹੀ ਧਨੀ ਰਾਮ ਨਹੀਂ, ਸਗੋਂ ਸੱਚਮੁੱਚ ਦਾ ਹੀ ਧਨੀ ਸੀ। ਪਰ ਧਨ ਨੂੰ ਖਰਚ ਕਰਨਾ ਉਹਦੇ ਮੁਕੱਦਰ 'ਚ ਨਹੀਂ ਸੀ ਲਿਖਿਆ। ਇੱਕ ਪੈਸਾ ਖਰਚ ਕਰਦੇ ਵੀ ਉਹਦੀ ਜਾਨ ਨਿਕਲਦੀ। ਕਿਸੇ ਹੋਰ ਲਈ ਤਾਂ ਕੀ, ਉਹਨੂੰ ਜੇ ਆਪਣੇ ਉੱਤੇ ਆਨਾ ਖਰਚਣਾ ਪੈਂਦਾ ਤਾਂ ਜਿਵੇਂ ਉਹਦੀ ਨਾਨੀ ਮਰ ਜਾਂਦੀ। ਇੱਕ ਦਿਨ ਉਹ ਸ਼ਹਿਰੋਂ ਕੋਈ ਕੰਮ ਨਿਪਟਾ ਕੇ ਵਾਪਸ ਆਪਣੇ ਪਿੰਡ ਆ ਰਿਹਾ ਸੀ ਕਿ ਰਾਹ 'ਚ ਉਹਨੂੰ ਇੱਕ ਖਜੂਰ ਦਾ ਦਰਖਤ ਦਿਸਿਆ, ਜਿਸ ਉੱਤੇ ਪੱਕੀਆਂ ਮਿੱਠੀਆਂ ਖਜੂਰਾਂ ਲਟਕ ਰਹੀਆਂ ਸਨ। ਖਜੂਰਾਂ ਵੇਖ ਕੇ ਉਹਦੇ ਮੂੰਹ 'ਚ ਪਾਣੀ ਭਰ ਆਇਆ। ਪਰ ਖਜੂਰਾਂ ਬਹੁਤ ਉੱਚੀਆਂ ਸਨ। ਜੇ ਉਹ ਕਿਸੇ ਨੂੰ ਲਾਉਣ ਲਈ ਆਖਦਾ ਤਾਂ ਉਹਨੇ ਪੈਸੇ ਮੰਗਣੇ ਸੀ, ਤੇ ਕਿਸੇ ਨੂੰ ਪੈਸੇ ਦੇਣਾ ਉਸ ਲਈ ਆਪਣੀ ਚਮੜੀ ਉਤਾਰ ਕੇ ਦੇਣ ਵਾਲੀ ਗੱਲ ਸੀ। ਉਹਨੇ ਇੱਧਰ ਉੱਧਰ ਵੇਖਿਆ ਤੇ ਆਪ ਹੀ ਖਜੂਰ ਤੇ ਚੜ੍ਹਨ ਦੀ ਸਕੀਮ ਬਣਾਈ। ਇਸ ਤੋਂ ਪਹਿਲਾਂ ਉਹ ਕਦੇ ਕਿਸੇ ਖਜੂਰ ਦੇ ਦਰਖਤ ਤੇ ਨਹੀਂ ਸੀ ਚੜ੍ਹਿਆ, ਪਰ ਫਿਰ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਘਿਸੜਦਾ ਡਿੱਗਦਾ ਢਹਿੰਦਾ ਖਜੂਰਾਂ ਤੱਕ ਅੱਪੜ ਹੀ ਗਿਆ। ਮਿੱਠੀਆਂ ਖਜੂਰਾਂ ਜਦੋਂ ਉਹਦੇ ਢਿੱਡ 'ਚ ਗਈਆਂ ਤਾਂ ਉਹ ਬੜਾ ਪ੍ਰਸੰਨ ਹੋਇਆ, ਪਰ ਜਿਉਂ ਹੀ ਉਹਨੇ ਥੱਲੇ ਉਤਰਨ ਲਈ ਧਰਤੀ ਵੱਲ ਵੇਖਿਆ ਤਾਂ ਉਹਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਥੱਲੇ ਤਾਂ ਜਿਵੇਂ ਪਤਾਲ ਸੀ। ਡਰ ਨਾਲ ਉਹਨੂੰ ਪਸੀਨਾ ਆਉਣ ਲੱਗਿਆ। ਉਹਨੇ ਮਨ ਹੀ ਮਨ 'ਚ ਮੰਨਤ ਮੰਨੀ, ਹੇ ਰੱਬਾ, ਅੱਜ ਮੈਨੂੰ ਸਹੀ ਸਲਾਮਤ ਥੱਲੇ ਪਹੁੰਚਾ ਦੇ, ਮੈਂ 1000 ਪੰਡਤਾਂ ਨੂੰ ਖਾਣਾ ਖਵਾਵਾਂਗਾ। ਹੌਲੀ ਹੌਲੀ ਉਹ ਕੁਝ ਕੁ ਥੱਲੇ ਆ ਗਿਆ। ਉਹਨੂੰ ਕੁਝ ਹੌਸਲਾ ਹੋ ਗਿਆ। ਉਹ ਫੇਰ ਬੋਲਿਆ, ਹੇ ਪਰਮਾਤਮਾ, ਤੂੰ ਤਾਂ ਜਾਣੀ ਜਾਣ ਹੈ। ਤੈਨੂੰ ਪਤਾ ਹੀ ਹੈ ਮਹਿੰਗਾਈ ਦਾ ਜ਼ਮਾਨਾ ਹੈ, ਮੈਂ 500 ਪੰਡਤਾਂ ਨੂੰ ਖਾਣਾ ਖਵਾ ਦਿਆਂਗਾ। ਉਹ ਕੁਝ ਕੁ ਹੋਰ ਥੱਲੇ ਆਇਆ ਤੇ ਫਿਰ ਬੋਲਿਆ, ਪਰ 500 ਪੰਡਤਾਂ ਦਾ ਪ੍ਰਬੰਧ ਕਰਨਾ ਕਿਹੜਾ ਸੌਖਾ ਹੈ, ਇੰਨੇ ਪੰਡਤ ਹੀ ਕਿੱਥੋਂ ਲੱਭਣਗੇ। ਚਲੋ, ਮੈਂ 100 ਪੰਡਤਾਂ ਨੂੰ ਖਾਣਾ ਖਵਾ ਦਿਆਂਗਾ। ਪੁੰਨ ਦਾ ਹੀ ਕੰਮ ਹੈ, ਕੋਈ ਜ਼ੋਰ ਜ਼ਬਰਦਸਤੀ ਥੋੜ੍ਹਾ ਹੈ। ਇਉਂ ਕਰਦੇ ਕਰਦੇ ਜਦੋਂ ਥੱਲੇ ਧਰਤੀ ਤੇ ਉਤਰਿਆ ਤਾਂ ਸਿਰਫ ਇੱਕ ਪੰਡਤ ਨੂੰ ਖਾਣਾ ਖਵਾਉਣ ਦੀ ਮੰਨਤ ਪੱਕੀ ਰਹਿ ਗਈ। ਇੱਕ ਪੰਡਤ ਨੂੰ ਖਵਾਉਣਾ ਵੀ ਕਿਹੜਾ ਆਸਾਨ ਪਿਆ। 10-10 ਜਣਿਆਂ ਜਿੰਨਾ ਖਾਂਦਾ ਇੱਕ ਪੰਡਤ। ਮੂੰਹ ਹੀ ਮੂੰਹ 'ਚ ਬੁੜਬੁੜ ਕਰਦਾ ਉਹ ਪਿੰਡ ਵੱਲ ਤੁਰਿਆ ਜਾ ਰਿਹਾ ਸੀ। ਨਾਲੇ ਸੋਚ ਰਿਹਾ ਸੀ, ਇਹ 2 ਕੁ ਖਜੂਰਾਂ ਖਾਣਾ ਕਿੰਨਾ ਮਹਿੰਗਾ ਪਿਆ। ਖੈਰ, ਖਾਣਾ ਤਾਂ ਖਵਾਉਣਾ ਹੀ ਪੈਣਾ ਸੀ। ਉਹਨੇ ਅਜਿਹਾ ਪੰਡਤ ਲੱਭਿਆ ਜਿਹੜਾ ਬਹੁਤ ਹੀ ਘੱਟ ਖਾਂਦਾ ਸੀ। ਦੀਨ ਦਿਆਲ ਪੰਡਤ ਬਾਰੇ ਕਿਸੇ ਤੋਂ ਸੁਣ ਕੇ ਉਹਨੂੰ ਸੱਦਾ ਦੇ ਆਇਆ। ਦੀਨ ਦਿਆਲ ਧਨੀ ਰਾਮ ਦਾ ਵੀ ਪਿਓ ਸੀ। ਉਹ ਧਨੀ ਰਾਮ ਬਾਰੇ ਤੇ ਉਹਦੀ ਕੰਜੂਸੀ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਉਹਨੇ ਧਨੀ ਰਾਮ ਦਾ ਸੱਦਾ ਬੜੀ ਖੁਸ਼ੀ ਸਵੀਕਾਰ ਕਰ ਲਿਆ, ਤੇ ਜਿਸ ਦਿਨ ਦੀਨ ਦਿਆਲ ਨੇ ਖਾਣਾ ਖਾਣ ਆਉਣਾ ਸੀ, ਧਨੀ ਰਾਮ ਨੇ ਆਪਣੀ ਘਰਵਾਲੀ ਨੂੰ ਬੁਲਾਇਆ ਤੇ ਉਹਨੂੰ ਹਦਾਇਤਾਂ ਦਿੱਤੀਆਂ। ਦੇਖ, ਇੱਕ ਤਾਂ ਪੰਡਤ ਨੂੰ ਖਾਣਾ ਖਵਾਉਣ ਤੇ ਖਰਚ ਹੋਣਾ, ਦੂਸਰਾ ਮੈਂ ਦੁਕਾਨ ਕਿਉਂ ਬੰਦ ਕਰਾਂ, ਉਧਰੋਂ ਵੀ ਨੁਕਸਾਨ ਹੋਏਗਾ। ਤੂੰ ਇਉਂ ਕਰੀ, ਬਹੁਤ ਹੀ ਧਿਆਨ ਨਾਲ ਖਾਣਾ ਤਿਆਰ ਕਰੀ। ਖਿਆਲ ਰੱਖੀ ਕਿ ਘੱਟ ਤੋਂ ਘੱਟ ਪੈਸਿਆਂ 'ਚ ਚੰਗਾ ਖਾਣਾ ਖਵਾ ਕੇ ਬ੍ਰਾਹਮਣ ਦੇਵਤਾ ਖੁਸ਼ ਹੋ ਜਾਏ। ਇੰਨਾ ਕਹਿ ਕੇ ਉਹ ਆਪ ਦੁਕਾਨ ਤੇ ਚਲਿਆ ਗਿਆ। ਮਗਰੋਂ ਬ੍ਰਾਹਮਣ ਦੇਵਤਾ ਆਏ ਤਾਂ ਧਨੀ ਰਾਮ ਦੀ ਘਰਵਾਲੀ ਨੇ ਉਹਨਾਂ ਸਾਹਮਣੇ ਖਾਣਾ ਪਰੋਸਿਆ ਤਾਂ ਬ੍ਰਾਹਮਣ ਦੇਵਤਾ ਬੋਲੇ, ਘਰ 'ਚ ਜਿੰਨਾ ਵੀ ਖਾਣਾ ਬਣਿਆ ਹੈ ਸਾਰਾ ਲੈ ਆਓ, ਪਹਿਲਾਂ ਮੈਂ ਆਪਣੇ ਦੇਵਤਿਆਂ ਨੂੰ ਖੁਸ਼ ਕਰਾਂਗਾ। ਬ੍ਰਾਹਮਣ ਨੇ ਇੱਕ ਦੀਵਾ ਜਗਾ ਕੇ ਰੱਖਿਆ ਤੇ ਸਾਰਾ ਖਾਣਾ ਮੰਗਵਾ ਕੇ ਦੀਵੇ ਸਾਹਮਣੇ ਪਰੋਸ ਦਿੱਤਾ। ਫਿਰ ਧਨੀ ਰਾਮ ਦੀ ਘਰਵਾਲੀ ਨੂੰ ਕਹਿਣ ਲੱਗਾ, ਤੈਨੂੰ ਤਾਂ ਪਤਾ ਹੀ ਹੋਏਗਾ, ਦੇਵਤਾ ਨੂੰ ਨਾਲ ਧਨ ਵੀ ਅਰਪਣ ਕਰਨਾ ਪੈਂਦਾ ਹੈ। 2 ਮੋਹਰਾਂ ਗਣੇਸ਼ ਜੀ ਨੂੰ ਖੁਸ਼ ਕਰਨ ਲਈ ਬਹੁਤ ਨੇ। ਧਨੀ ਰਾਮ ਦੀ ਘਰਵਾਲੀ ਬੜੀ ਜਕੋ ਤਕੋ 'ਚ ਪੈ ਗਈ, ਪਰ ਫਿਰ ਇਹ ਸੋਚ ਕੇ ਕਿ ਕਿਤੇ ਇਸ ਪਵਿੱਤਰ ਕੰਮ 'ਚ ਵਿਘਨ ਨਾ ਪੈ ਜਾਏ, ਉਹਨੇ 2 ਮੋਹਰਾਂ ਖਾਣੇ ਨਾਲ ਰੱਖ ਦਿੱਤੀਆਂ। ਦੀਨ ਦਿਆਲ ਪੰਡਤ ਨੇ ਡਟ ਕੇ ਖਾਣਾ ਖਾਧਾ ਤੇ ਬਾਕੀ ਬਚਦਾ ਸਾਰਾ ਬੰਨ ਕੇ ਬੋਲਿਆ, ਦੇਵੀ, ਤੂੰ ਬਹੁਤ ਹੀ ਕਿਸਮਤ ਵਾਲੀ ਹੈ। ਅੱਜ ਤੂੰ ਸਾਰੇ ਦੇਵਤੇ ਖੁਸ਼ ਕਰ ਦਿੱਤੇ, ਪਰ ਹੁਣ ਮੇਰੀ ਦਛਣਾ ਵੀ ਲਿਆ ਦੇ। 2 ਮੋਹਰਾਂ ਮੇਰੀ ਦਛਣਾ ਹੈ। ਪਰਮਾਤਮਾ ਤੈਨੂੰ ਸੁਖੀ ਰੱਖੇਗਾ। ਧਨੀ ਰਾਮ ਦੀ ਘਰਵਾਲੀ ਨੇ ਹੋਰ 2 ਮੋਹਰਾਂ ਜਕੋ ਤੱਕੀ 'ਚ ਲਿਆ ਕੇ ਦੇ ਦਿੱਤੀਆਂ। 4 ਮੋਹਰਾਂ ਲੈ ਕੇ ਤੇ ਸਾਰਾ ਖਾਣਾ ਗਠੜੀ 'ਚ ਬੰਨ ਕੇ ਦੀਨ ਦਿਆਲ ਆਪਣੇ ਘਰ ਪਹੁੰਚਿਆ ਤੇ ਘਰਵਾਲੀ ਨੂੰ ਕੁਝ ਸਮਝਾ ਕੇ ਮੌਜ ਨਾਲ ਮੰਜੇ ਤੇ ਲੇਟ ਕੇ ਕੁਰਾੜੇ ਮਾਰਨ ਲੱਗਿਆ। ਕੁਝ ਹੀ ਦੇਰ ਬਾਅਦ ਜਦੋਂ ਧਨੀ ਰਾਮ ਆਪਣੇ ਘਰ ਪਹੁੰਚਿਆ ਤੇ ਉਹਨੂੰ ਆਪਣੀ ਘਰਵਾਲੀ ਤੋਂ ਸਾਰਾ ਹਾਲ ਪਤਾ ਲੱਗਿਆ
ਤਾਂ ਉਹਨੇ ਡਾਂਗ ਚੱਕੀ ਤੇ ਗੁੱਸੇ ਨਾਲ ਭਰਿਆ ਪਿਤਾ ਦੀਨ ਦਿਆਲ ਨੂੰ ਕੁੱਟਣ ਲਈ ਉਹਦੇ ਘਰ ਤੁਰ ਪਿਆ। ਦੀਨ ਦਿਆਲ ਵੀ ਅੱਗੇ ਧਨੀ ਰਾਮ ਤੋਂ 2 ਕਦਮ ਵੱਧ ਕੇ ਸੀ। ਉਹਦੀ ਘਰਵਾਲੀ ਨੇ ਜਦੋਂ ਧਨੀ ਰਾਮ ਨੂੰ ਦੂਰੋਂ ਆਉਂਦਾ ਵੇਖਿਆ ਤਾਂ ਚੀਕਣ ਲੱਗ ਪਈ, ਹਾਏ ਤੂੰ ਮੇਰੇ ਘਰ ਵਾਲੇ ਨੂੰ ਜ਼ਹਿਰ ਮਿਲਾ ਕੇ ਖਾਣਾ ਖਵਾ ਦਿੱਤਾ, ਤੇਰਾ ਕੱਖ ਨਾ ਰਹੇ, ਹਾਏ ਪੰਡਤ ਜੀ ਬੇਹੋਸ਼ ਹੋ ਗਏ। ਧਨੀ ਰਾਮ ਦਾ ਇਹ ਸੁਣਦੇ ਸਾਰ ਗੁੱਸਾ ਠੰਡਾ ਪੈ ਗਿਆ। ਉਹ ਬੋਲਿਆ, ਚੁੱਪ ਕਰ, ਡਾਕਟਰ ਨੂੰ ਕਿਉਂ ਨਹੀਂ ਬੁਲਾਉਂਦੇ? ਡਾਕਟਰ ਫੀਸ ਨਹੀਂ ਲਏਗਾ। ਹਾਏ ਪੰਡਤ ਜੀ 10 ਮੋਹਰਾਂ ਹੋਰ ਇਲਾਜ ਤੇ ਲੱਗਣਗੀਆਂ, ਮੈਂ ਹੁਣੇ ਸਿਪਾਹੀਆਂ ਨੂੰ ਬੁਲਾਉਂਦੀ ਹਾਂ। ਇਹ ਸੁਣ ਕੇ ਧਨੀ ਰਾਮ ਹੱਥਾਂ ਪੈਰਾਂ 'ਚ ਆ ਗਿਆ ਤੇ ਪੰਡਤ ਦੀ ਘਰ ਵਾਲੀ ਨੂੰ 10 ਮੋਹਰਾਂ ਦੇ ਕੇ ਬੋਲਿਆ, ਲੈ ਇਹਦਾ ਇਲਾਜ ਕਰਾ ਲੈ। ਇੰਨਾ ਕਹਿ ਕੇ ਜਾਨ ਬਚਾ ਕੇ ਉਹ ਵਾਪਸ ਆਪਣੇ ਘਰ ਦੌੜ ਪਿਆ। ਰਾਹ ਵਿੱਚ ਤੁਰਿਆ ਜਾਂਦਾ ਉਹ ਫੇਰ ਮੰਨਤ ਮੰਨੀ ਜਾ ਰਿਹਾ ਸੀ, ਹੇ ਭਗਵਾਨ ਇੱਥੋਂ ਜਾਨ ਬਚਾ ਦੇ, ਮੈਂ 1000 ਪੰਡਤਾਂ ਨੂੰ ਖਾਣਾ ਖਵਾਵਾਂਗਾ। ਧੰਨਵਾਦ। ਦੂਸਰੀ ਕਹਾਣੀ ਹੈ ਪਾਟੀ ਹੋਈ ਚਾਦਰ। ਇਹ ਸਿੱਕਮ ਦੀ ਲੋਕ ਕਹਾਣੀ ਹੈ। ਸਿੱਕਮ ਦੇ ਇੱਕ ਪਹਾੜੀ ਪਿੰਡ 'ਚ ਇੱਕ ਮਾਂ ਤੇ ਉਹਦਾ ਪੁੱਤਰ ਰਹਿੰਦੇ ਸਨ। ਪਿੰਡ 'ਚ ਉਹਨਾਂ ਦੀ ਸਭ ਤੋਂ ਮਾੜੀ ਝੌਂਪੜੀ ਸੀ। ਪੁੱਤਰ ਦਾ ਨਾਂ ਕੇਸਾਂਗ ਸੀ। ਕੇਸਾਂਗ ਦਾ ਪਿਤਾ ਬਹੁਤ ਦੇਰ ਪਹਿਲਾਂ ਲੰਮਾ ਸਮਾਂ ਬਿਮਾਰ ਰਹਿ ਕੇ ਮਰ ਗਿਆ ਸੀ। ਉਦੋਂ ਕੇਸਾਂਗ ਬਹੁਤ ਹੀ ਛੋਟਾ ਸੀ। ਘਰ 'ਚ ਰੋਟੀ ਪਾਣੀ ਦਾ ਹੋਰ ਕੋਈ ਸਾਧਨ ਨਹੀਂ ਸੀ, ਇਸ ਲਈ ਉਹਦੀ ਮਾਂ ਨੇ ਲੋਕਾਂ ਦੇ ਘਰ ਘਰ ਜਾ ਕੇ ਭਾਂਡੇ ਮਾਂਜਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਨਾਲ ਉਹਨਾਂ ਦੋਹਾਂ ਨੂੰ ਮਾੜੀ ਮੋਟੀ ਰੋਟੀ ਢਿੱਡ ਭਰਨ ਲਈ ਮਿਲ ਜਾਂਦੀ, ਜਿਸ ਨੂੰ ਖਾ ਕੇ ਉਹ ਰੱਬ ਦਾ ਸ਼ੁਕਰ ਕਰਦੇ ਤੇ ਸੌਂ ਜਾਂਦੇ। ਭਾਵੇਂ ਮਾਂ ਪੁੱਤਰ ਦੋਵੇਂ ਗਰੀਬ ਸਨ, ਪਰ ਉਹਨਾਂ ਦੇ ਦਿਲ ਵਿੱਚ ਗਰੀਬਾਂ ਲਈ ਪਿਆਰ ਤੇ ਤਰਸ ਦੀ ਭਾਵਨਾ ਬਹੁਤ ਕੁੱਟ-ਕੁੱਟ ਕੇ ਭਰੀ ਸੀ। ਕਿਸੇ ਦਾ ਨਿੱਕਾ ਜਿਹਾ ਦੁੱਖ ਵੇਖ ਕੇ ਵੀ ਉਹ ਪਸੀਜ ਜਾਂਦੇ ਤੇ ਆਪਣੀ ਵਾਹ ਲੱਗਦੀ ਉਸ ਦੁਖਿਆਰੇ ਦੀ ਮਦਦ ਕਰਦੇ। ਕੋਈ ਫਕੀਰ ਮੰਗਤਾ ਵੀ ਉਹਨਾਂ ਦੇ ਦਰ ਤੇ ਆਉਂਦਾ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਉਹ ਖਾਲੀ ਨਾ ਜਾਵੇ। ਇੱਕ ਦਿਨ ਦੁਪਹਿਰ ਦਾ ਵੇਲਾ ਸੀ ਕਿ ਸਾਂਗ ਦੀ ਮਾਂ ਕਿਸੇ ਘਰ ਭਾਂਡੇ ਮਾਂਜ ਕੇ ਕੁਝ ਖਾਣਾ ਲੈ ਕੇ ਆਈ ਸੀ ਤੇ ਉਹਨੇ ਕਿਸਾਂਗ ਲਈ ਢੱਕ ਕੇ ਰੱਖਿਆ ਸੀ। ਕਿਸਾਂਗ ਘਰੇ ਨਹੀਂ ਸੀ। ਇੱਕ ਫਕੀਰ ਨੇ ਬੂਹੇ ਤੇ ਦਸਤਕ ਦਿੱਤੀ। ਫਕੀਰ ਨੂੰ ਭੁੱਖ ਲੱਗੀ ਹੈ, ਜੇ ਕੁਝ ਖਾਣਾ ਹੈ ਤਾਂ ਦੇ ਦਿਓ, ਬੜਾ ਪੁੰਨ ਹੋਏਗਾ। ਕਿਸਾਂਗ ਦੀ ਮਾਂ ਦੁਬਿਧਾ 'ਚ ਪੈ ਗਈ, ਕਿਉਂਕਿ ਉਹਨੇ ਖਾਣਾ ਤਾਂ ਕਿਸਾਂਗ ਲਈ ਰੱਖਿਆ ਸੀ, ਪਰ ਫਕੀਰ ਦੇ ਮੂੰਹ ਤੇ ਉਹਦੀ ਆਵਾਜ਼ ਤੋਂ ਲੱਗ ਰਿਹਾ ਸੀ ਕਿ ਉਹਨੇ ਕਈ ਦਿਨਾਂ ਤੋਂ ਖਾਣਾ ਨਹੀਂ ਖਾਧਾ। ਕਿਸਾਂਗ ਦੀ ਮਾਂ ਨੂੰ ਫਕੀਰ ਦੀ ਹਾਲਤ ਤੇ ਬਹੁਤ ਹੀ ਦਇਆ ਆਈ ਤੇ ਉਹਨੇ ਕਿਸਾਂਗ ਦਾ ਖਾਣਾ ਫਕੀਰ ਸਾਹਮਣੇ ਰੱਖ ਦਿੱਤਾ। ਫਕੀਰ ਨੇ ਖਾਣਾ ਖਾਧਾ ਤੇ ਬੋਲਿਆ, ਇਹ ਮੈਨੂੰ ਕਿਸ ਦੇ ਹਿੱਸੇ ਦਾ ਖਾਣਾ ਦਿੱਤਾ ਹੈ ਮਾਂ? ਕਿਸੇ ਦਾ ਨਹੀਂ ਬਾਬਾ ਜੀ, ਇਹ ਤੁਹਾਡੇ ਹਿੱਸੇ ਦਾ ਹੀ ਸੀ, ਕਿਸਾਂਗ ਦੀ ਮਾਂ ਬੋਲੀ। ਅੱਛਾ ਮਾਤਾ, ਇਹ ਫਕੀਰ ਦੀ ਚਾਦਰ ਟਾਕੀਆਂ ਨਾਲ ਭਰੀ ਪਈ ਹੈ, ਕੋਈ ਘਰ 'ਚ ਮਾੜਾ ਮੋਟਾ ਕੱਪੜਾ ਹੋਵੇ ਤਾਂ ਫਕੀਰ ਨੂੰ ਦੇ ਦਿਓ। ਫਕੀਰ ਫੇਰ ਬੋਲਿਆ, ਬਾਬਾ ਜੀ ਘਰ 'ਚ ਕੱਪੜਾ ਤਾਂ ਕੋਈ ਨਹੀਂ, ਇਹੋ ਕੱਪੜੇ ਨੇ ਜੋ ਅਸਾਂ ਪਾਏ ਨੇ। ਉਹ ਸੋਚਣ ਲੱਗੀ ਕਿ ਸਾਂਗ ਦੀ ਇੱਕੋ ਇੱਕ ਕਮੀਜ਼ ਹੈ, ਇਹ ਦੇ ਕੇ ਉਹ ਕੀ ਪਾਏਗਾ। ਉਹ ਠਹਿਰੋ ਮਹਾਰਾਜ, ਮੈਂ ਵੇਖਦੀ ਹਾਂ, ਕਹਿ ਕੇ ਪਿਛਲੇ ਪਾਸੇ ਵੇਖਣ ਲੱਗੀ। ਜਦੋਂ ਉਹਨੇ ਜਵਾਬ ਦੇਣ ਲਈ ਮੂੰਹ ਘੁਮਾਇਆ ਤਾਂ ਫਕੀਰ ਕਮੀਜ਼ ਲੈ ਕੇ ਗਾਇਬ ਹੋ ਗਿਆ ਸੀ। ਉਹਦੀ ਟਾਕੀਆਂ ਵਾਲੀ ਚਾਦਰ ਉੱਥੇ ਹੀ ਪਈ ਸੀ। ਕਿਸਾਂਗ ਦੀ ਮਾਂ ਨੇ ਉਹ ਚਾਦਰ ਸੰਭਾਲ ਕੇ ਰੱਖ ਦਿੱਤੀ ਤਾਂ ਕਿ ਫਕੀਰ ਜਦੋਂ ਫੇਰ ਆਵੇ ਤਾਂ ਉਹਨੂੰ ਵਾਪਸ ਕਰ ਦੇਵੇ। ਮੌਸਮ ਬਦਲਿਆ, ਪਹਾੜਾਂ ਤੇ ਠੰਡ ਦਾ ਜ਼ੋਰ ਵੱਧ ਗਿਆ ਤਾਂ ਕਿਸਾਂਗ ਨੇ ਫਕੀਰ ਦੀ ਚਾਦਰ ਚੁੱਕ ਕੇ ਸਰੀਰ ਤੇ ਲਪੇਟ ਲਈ। ਭਾਵੇਂ ਚਾਦਰ ਥਾਂ-ਥਾਂ ਤੋਂ ਪਾਟੀ ਤੇ ਘਸੀ ਹੋਈ ਸੀ, ਪਰ ਉਹਨੂੰ ਲੱਗਦਾ ਸੀ ਕਿ ਉਹਦੀ ਠੰਡ ਇਸ ਨਾਲ ਬਿਲਕੁਲ ਹਟ ਗਈ ਹੈ। ਉਹ ਇਹ ਚਾਦਰ ਲੈ ਕੇ ਘੁੰਮਣ ਲੱਗਿਆ। ਘੁੰਮਦਾ ਘੁੰਮਦਾ ਉਹ ਜੰਗਲ ਵੱਲ ਨਿਕਲ ਗਿਆ। ਅਚਾਨਕ ਬਹੁਤ ਜ਼ੋਰ ਦੀ ਬੱਦਲ ਗਰਜਣ ਲੱਗੇ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਉਹ ਇੱਕ ਦਰਖਤ ਥੱਲੇ ਖੜ ਗਿਆ। ਸਾਹਮਣੇ ਇੱਕ ਬਿਮਾਰ ਕੁੱਤਾ ਪਿਆ ਸੀ, ਉਹ ਤੋਂ ਉੱਠਿਆ ਨਹੀਂ ਸੀ ਜਾ ਰਿਹਾ। ਉਹ ਬੜੀਆਂ ਤਰਸ ਭਰੀਆਂ ਨਜ਼ਰਾਂ ਨਾਲ ਕਿਸਾਂਗ ਵੱਲ ਵੇਖ ਰਿਹਾ ਸੀ। ਕਿਸਾਂਗ ਨੂੰ ਉਸ ਤੇ ਦਇਆ ਆਈ ਤੇ ਉਹਨੇ ਆਪਣੀ ਚਾਦਰ ਲਾਹ ਕੇ ਉਸ ਕੁੱਤੇ ਨੂੰ ਢੱਕ ਦਿੱਤਾ ਤੇ ਆਪ ਆ ਕੇ ਦਰਖਤ ਥੱਲੇ ਖੜ ਗਿਆ। ਕੁਝ ਚਿਰ ਮਗਰੋਂ ਹੀ ਉਹਨੇ ਦੇਖਿਆ ਕਿ ਚਾਦਰ ਥੱਲੇ ਹਿਲ ਜੁਲ ਹੋਈ ਹੈ। ਕੁੱਤਾ ਉੱਠਿਆ ਤੇ ਇੱਕਦਮ ਇਉਂ ਭੱਜ ਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਕਿਸਾਂਗ ਬੜਾ ਹੈਰਾਨ ਹੋਇਆ। ਉਹਨੇ ਆਪਣੀ ਚਾਦਰ ਚੁੱਕੀ ਤੇ ਮੀਂਹ ਹਟਣ ਤੇ ਫੇਰ ਆਪਣੇ ਰਾਹ ਪੈ ਗਿਆ। ਤੁਰਦਾ ਤੁਰਦਾ ਕੁਝ ਚਿਰ ਮਗਰੋਂ ਸ਼ਹਿਰ ਪਹੁੰਚ ਗਿਆ। ਸ਼ਹਿਰ 'ਚ ਮਾਤਮ ਛਾਇਆ ਹੋਇਆ ਸੀ। ਲੋਕ ਸਿਰ ਝੁਕਾਈ ਖੜੇ ਸਨ। ਬਾਜ਼ਾਰ ਬੰਦ ਸਨ। ਚਾਰੋਂ ਪਾਸੇ ਉਦਾਸ ਵਾਤਾਵਰਨ ਸੀ। ਕਿਸਾਂਗ ਨੇ ਉੱਥੇ ਖੜੇ ਇੱਕ ਆਦਮੀ ਤੋਂ
ਬਾਜ਼ਾਰ ਬੰਦ ਹੋਣ ਦਾ ਕਾਰਨ ਪੁੱਛਿਆ ਤਾਂ ਉਹਨੇ ਦੱਸਿਆ, ਤੈਨੂੰ ਪਤਾ ਨਹੀਂ, ਇੱਥੋਂ ਦਾ ਰਾਜਕੁਮਾਰ ਮਰ ਗਿਆ, ਉਹਦੇ ਸ਼ੋਕ 'ਚ ਸਾਰਾ ਸ਼ਹਿਰ ਬੰਦ ਹੈ। ਲੋਕ ਮਹਿਲ ਵੱਲ ਰਾਜਕੁਮਾਰ ਦੇ ਆਖਰੀ ਦਰਸ਼ਨਾਂ ਲਈ ਜਾ ਰਹੇ ਸਨ। ਕਿਸਾਂਗ ਵੀ ਉਹਨਾਂ ਦੇ ਨਾਲ ਹੋ ਤੁਰਿਆ। ਲੰਮੀ ਲਾਈਨ ਲੱਗੀ ਸੀ। ਕਿਸਾਂਗ ਲਾਈਨ 'ਚ ਖੜਾ ਹੋ ਗਿਆ। ਲੋਕਾਂ ਦੇ ਹੱਥਾਂ 'ਚ ਫੁੱਲ ਸਨ, ਫੁੱਲਾਂ ਦੇ ਹਾਰ ਸਨ, ਜਿਨ੍ਹਾਂ ਨੂੰ ਉਹ ਸਤਿਕਾਰ ਵਜੋਂ ਰਾਜਕੁਮਾਰ ਦੀ ਅਰਥੀ ਤੇ ਰੱਖਦੇ ਜਾ ਰਹੇ ਸਨ। ਕਿਸਾਂਗ ਦੀ ਵਾਰੀ ਆਈ ਤਾਂ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਆਈ, ਉਹਨੇ ਆਪਣੀ ਚਾਦਰ ਹੀ ਲਾਹ ਕੇ ਰਾਜਕੁਮਾਰ ਦੇ ਸਰੀਰ ਉੱਤੇ ਪਾ ਦਿੱਤੀ। ਚਾਰੇ ਪਾਸੇ ਖੜੇ ਸਿਪਾਹੀ ਉਹਨੂੰ ਫੜਨ ਲਈ ਭੱਜੇ, ਪਰ ਉਦੋਂ ਹੀ ਚਮਤਕਾਰ ਵਾਪਰਿਆ। ਮਰਿਆ ਪਿਆ ਰਾਜਕੁਮਾਰ ਚਾਦਰ ਨੂੰ ਸੁੱਟ ਕੇ ਉੱਠ ਬੈਠਾ। ਚਾਰੋਂ ਪਾਸੇ ਹੈਰਾਨੀ ਪਸਰ ਗਈ। ਰਾਜਾ ਵੀ ਹੈਰਾਨ ਪਰੇਸ਼ਾਨ ਹੋ ਗਿਆ। ਉਹਨੇ ਕਿਸਾਂਗ ਨੂੰ ਆਪਣੇ ਦਿਲ ਨਾਲ ਲਾ ਲਿਆ। ਕਿਸਾਂਗ ਨੂੰ ਕਹਿਣ ਲੱਗਾ, ਤੂੰ ਮੇਰੇ ਪੁੱਤਰ ਦੀ ਜਾਨ ਦੁਬਾਰਾ ਬਖਸ਼ੀ ਹੈ। ਤੇਰੀ ਇਹ ਚਾਦਰ ਚਮਤਕਾਰੀ ਹੈ। ਮੇਰਾ ਅੱਧਾ ਰਾਜ ਅੱਜ ਤੋਂ ਤੇਰਾ ਹੈ। ਜਾ ਆਪਣਾ ਪਰਿਵਾਰ ਇੱਥੇ ਲੈ ਆ। ਕਿਸਾਂਗ ਖੁਸ਼ੀ ਨਾਲ ਫੁੱਲਿਆ ਨਹੀਂ ਸੀ ਸਮਾ ਰਿਹਾ। ਉਹਨੇ ਆਪਣੀ ਮਾਂ ਨੂੰ ਜਾ ਕੇ ਇਹ ਖਬਰ ਸੁਣਾਈ ਤਾਂ ਉਹਦੀ ਹੈਰਾਨੀ ਦੀ ਹੱਦ ਨਾ ਰਹੀ। ਉਹ ਮਨ ਹੀ ਮਨ ਫਕੀਰ ਦਾ ਧੰਨਵਾਦ ਕਰਦੀ ਰਾਜ ਮਹਿਲ 'ਚ ਆ ਗਈ। ਰਾਜੇ ਨੇ ਇੱਕ ਮਹਿਲ ਕਿਸਾਂਗ ਤੇ ਉਹਦੀ ਮਾਂ ਨੂੰ ਦੇ ਦਿੱਤਾ। ਕੁਝ ਦਿਨਾਂ ਬਾਅਦ ਫਕੀਰ ਨੇ ਫਿਰ ਬੂਹੇ ਤੇ ਦਸਤਕ ਦਿੱਤੀ। ਕਿਸਾਂਗ ਦੀ ਮਾਂ ਨੇ ਉਸ ਫਕੀਰ ਨੂੰ ਪਛਾਣ ਲਿਆ ਤੇ ਆਦਰ ਨਾਲ ਅੰਦਰ ਲੈ ਆਈ। ਇਸ ਤੋਂ ਪਹਿਲਾਂ ਕੁਝ ਕਹਿੰਦੀ ਫਕੀਰ ਕਿਸਾਂਗ ਵੱਲ ਮੂੰਹ ਕਰਕੇ ਬੋਲਿਆ, ਪੁੱਤਰਾ, ਆ ਲੈ ਆਪਣੀ ਕਮੀਜ਼, ਆਪਣੇ ਸਰੀਰ ਤੇ ਜੱਚੀ ਨਹੀਂ, ਮੇਰੀ ਪਾਟੀ ਪੁਰਾਣੀ ਚਾਦਰ ਹੀ ਮੋੜ ਦੇ। ਕਿਸਾਂਗ ਨੇ ਚਾਦਰ ਲਿਆ, ਫਕੀਰ ਦੇ ਹੱਥਾਂ ਤੇ ਰੱਖੀ ਤਾਂ ਉਹਦੀ ਮਾਂ ਬੋਲੀ, ਮਹਾਰਾਜ, ਇਹ ਸਾਰਾ ਇਸੇ ਚਾਦਰ ਦੀ ਕਰਾਮਾਤ ਹੈ। ਫਕੀਰ ਇਹ ਸੁਣ ਕੇ ਬੋਲਿਆ, ਮਾਤਾ, ਬਸ ਚਾਦਰ ਦਾ ਕੰਮ ਤੁਹਾਨੂੰ ਇੱਥੋਂ ਤੱਕ ਪਹੁੰਚਾਉਣਾ ਹੀ ਸੀ। ਹੁਣ ਤੁਸੀਂ ਸੁੱਖ ਨਾਲ ਰਹੋ, ਗਰੀਬਾਂ ਦੁਖੀਆਂ ਦੀ ਮਦਦ ਕਰੋ ਤੇ ਦੂਜਿਆਂ ਦੀ ਭਲਾਈ ਕਰੋ। ਧੰਨਵਾਦ। ਅਗਲੀ ਕਹਾਣੀ ਹੈ ਰੰਗ ਬਿਰੰਗੇ ਫਲਾਂ ਦੀ ਕਰਾਮਾਤ। ਇਹ ਕਹਾਣੀ ਆਂਧਰਾ ਪ੍ਰਦੇਸ਼ ਦੀ ਲੋਕ ਕਹਾਣੀ ਹੈ। ਦੱਖਣੀ ਭਾਰਤ ਵਿੱਚ ਚੰਦਰ ਨਗਰ ਨਾਮ ਦਾ ਇੱਕ ਰਾਜ ਸੀ, ਜਿੱਥੇ ਰਾਜਾ ਜੈਦੇਵ ਰਾਜ ਕਰਦਾ ਸੀ। ਜੈਦੇਵ ਬਹੁਤ ਹੀ ਦਿਆਲੂ ਤੇ ਇਮਾਨਦਾਰ ਰਾਜਾ ਸੀ, ਜਿਸ ਦੇ ਰਾਜ ਵਿੱਚ ਲੋਕ ਬਹੁਤ ਹੀ ਖੁਸ਼ੀ ਭਰਿਆ ਜੀਵਨ ਬਤੀਤ ਕਰਦੇ ਸੀ। ਜੈਦੇਵ ਦਾ ਇੱਕ ਪੁੱਤਰ ਸੀ, ਜਿਸ ਦਾ ਨਾਮ ਰੂਪਦੇਵ ਸੀ। ਰੂਪਦੇਵ ਆਪਣੇ ਨਾਮ ਵਾਂਗੂ ਹੀ ਸੋਹਣਾ ਸੁਨੱਖਾ ਨੌਜਵਾਨ ਸੀ। ਰਾਜਾ ਜੈਦੇਵ ਦੇ ਮੁੱਖ ਮੰਤਰੀ ਚਤੁਰਸੇਨ ਦਾ ਵੀ ਇੱਕ ਲੜਕਾ ਰੂਪਦੇਵ ਦੇ ਹਾਣ ਦਾ ਸੀ, ਜਿਸ ਦਾ ਨਾਮ ਬੀਰਸੇਨ ਸੀ। ਰੂਪਦੇਵ ਤੇ ਬੀਰਸੇਨ ਦੋਹਾਂ 'ਚ ਹਮ ਉਮਰ ਹੋਣ ਨਾਤੇ ਬਹੁਤ ਹੀ ਗੂੜੀ ਦੋਸਤੀ ਸੀ। ਦੋਵੇਂ ਇੱਕ ਦੂਜੇ ਬਿਨਾਂ ਇੱਕ ਪਲ ਵੀ ਨਹੀਂ ਸੀ ਰਹਿ ਸਕਦੇ ਤੇ ਇੱਕ ਦੂਜੇ ਉੱਤੋਂ ਆਪਣੀ ਜਾਨ ਵਾਰਨ ਲਈ ਤਿਆਰ ਰਹਿੰਦੇ ਸਨ। ਰਾਜਕੁਮਾਰ ਰੂਪਦੇਵ ਜਦੋਂ ਜਵਾਨ ਹੋਇਆ ਤਾਂ ਜੈਦੇਵ ਨੇ ਉਹਨੂੰ ਰਾਜ ਭਾਗ ਸੌਂਪ ਦੇਣ ਦਾ ਵਿਚਾਰ ਬਣਾਇਆ। ਇਹ ਸੋਚਦੇ ਹੀ ਉਹਨੇ ਰੂਪਦੇਵ ਨੂੰ ਦਰਬਾਰ 'ਚ ਸੱਦਿਆ ਤੇ ਕਹਿਣ ਲੱਗਾ, ਰੂਪਦੇਵ ਪੁੱਤਰ, ਮੈਂ ਹੁਣ ਬਜ਼ੁਰਗ ਹੋ ਗਿਆ। ਰਾਜ ਭਾਗ ਦਾ ਭਾਰ ਹੁਣ ਮੇਰੇ ਬੁੱਢੇ ਸਰੀਰ ਤੋਂ ਚੁੱਕ ਨਹੀਂ ਹੁੰਦਾ। ਇਸ ਲਈ ਮੈਂ ਚਾਹੁੰਦਾ ਕਿ ਤੂੰ ਜਦੋਂ ਵੀ ਚਾਹੇ ਰਾਜ ਮੁਕਟ ਤੇਰੇ ਤੇ ਸਿਰ ਤੇ ਰੱਖ ਕੇ ਮੈਂ ਸੁਰਖਰੂ ਹੋ ਜਾਵਾਂ। ਰੂਪਦੇਵ ਅਚਾਨਕ ਇਹ ਗੱਲ ਸੁਣ ਕੇ ਸ਼ਸ਼ੋਪੰਜ ਪੈ ਗਿਆ। ਅਜੇ ਤੱਕ ਉਹਨੇ ਸ਼ਿਕਾਰ ਖੇਡਣ ਤੇ ਮੌਜ ਮਸਤੀ ਕਰਨ ਤੋਂ ਸਿਵਾ ਕਿਸੇ ਕੰਮ ਬਾਰੇ ਸੋਚਿਆ ਹੀ ਨਹੀਂ ਸੀ, ਪਰ ਫਿਰ ਵੀ ਉਹਨੇ ਆਪਣੇ ਪਿਤਾ ਤੋਂ ਕੁਝ ਦਿਨਾਂ ਦੀ ਮੋਹਲਤ ਮੰਗੀ। ਪਿਤਾ ਜੀ, ਇਹ ਬਹੁਤ ਵੱਡੀ ਜ਼ਿੰਮੇਵਾਰੀ ਤੁਸੀਂ ਮੈਨੂੰ ਸੰਭਾਲਣ ਲੱਗੇ ਹੋ, ਪਰ ਮੈਂ ਇਸ ਜਨਤਾ, ਜਿਨ੍ਹਾਂ ਲੋਕਾਂ ਤੇ ਰਾਜ ਕਰਨਾ ਹੈ, ਮੈਂ ਚਾਹੁੰਦਾ ਕੁਝ ਚਿਰ ਲਈ ਮੈਂ ਉਹਨਾਂ 'ਚ ਘੁੰਮ ਫਿਰ ਕੇ ਉਹਨਾਂ ਨੂੰ ਜਾਣਨ ਦੀ ਤੇ ਸਮਝਣ ਦੀ ਕੋਸ਼ਿਸ਼ ਕਰਾਂ। ਇਸ ਲਈ ਆਪ ਮੈਨੂੰ ਆਗਿਆ ਦਿਓ ਤਾਂ ਜੋ ਮੈਂ ਕੁਝ ਦਿਨਾਂ ਲਈ ਆਪਣੇ ਰਾਜ ਵਿੱਚ ਘੁੰਮ ਫਿਰ ਸਕਾਂ। ਰਾਜੇ ਨੇ ਆਗਿਆ ਦੇ ਦਿੱਤੀ। ਰਾਜੇ ਤੋਂ ਆਗਿਆ ਲੈ ਕੇ ਰੂਪਦੇਵ ਨੇ ਆਪਣੇ ਮਿੱਤਰ ਬੀਰਸੇਨ ਨੂੰ ਆਪਣੇ ਨਾਲ ਲਿਆ ਤੇ ਦੋਵੇਂ ਜਣੇ ਘੋੜਿਆਂ ਤੇ ਰਾਜ ਵਿੱਚ ਘੁੰਮਣ ਲਈ ਨਿਕਲ ਪਏ। ਦਿਨ ਭਰ ਘੁੰਮਦੇ ਰਹਿਣ ਮਗਰੋਂ ਸ਼ਾਮ ਨੂੰ ਉਹ ਇੱਕ ਜੰਗਲ 'ਚ ਜਾ ਪਹੁੰਚੇ। ਅੱਗੇ ਰਾਤ ਸੀ, ਇਸ ਲਈ ਦੋਹਾਂ ਨੇ ਉੱਥੇ ਹੀ ਰੁਕਣ ਦਾ ਫੈਸਲਾ ਕੀਤਾ ਤੇ ਇੱਕ ਸੁਰੱਖਿਅਤ ਜਿਹੀ ਥਾਂ ਵੇਖ ਕੇ ਇੱਕ ਦਰਖਤ ਥੱਲੇ ਦੋਵੇਂ ਦੋਸਤ ਆਰਾਮ ਕਰਨ ਲੱਗੇ। ਦਿਨ ਭਰ ਦੇ ਥੱਕੇ ਟੁੱਟੇ ਹੋਣ ਕਾਰਨ ਪੈਂਦਿਆਂ ਸਾਰੀ ਦੋਹਾਂ ਦੀ ਅੱਖ ਲੱਗ ਗਈ। ਗਈ ਰਾਤ ਕਿਸੇ ਦੇ ਗੱਲਾਂ ਕਰਨ ਦੀ ਆਵਾਜ਼ ਸੁਣ ਕੇ ਬੀਰਸੇਨ ਦੀ ਅੱਖ ਖੁੱਲ ਗਈ।
ਉਹਨੇ ਗੌਰ ਨਾਲ ਵੇਖਿਆ ਦਰਖਤ ਉੱਤੇ ਦੋ ਪੰਛੀ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ। ਇੱਕ ਪੰਛੀ ਦੂਜੇ ਨੂੰ ਕਹਿ ਰਿਹਾ ਸੀ, ਦੇਖ ਦੋਵੇਂ ਮਿੱਤਰ ਕਿੰਨੀ ਬੇਫਿਕਰੀ ਨਾਲ ਸੌਂ ਰਹੇ ਹਨ, ਪਰ ਇਹਨਾਂ ਨੂੰ ਪਤਾ ਨਹੀਂ ਇਹਨਾਂ ਚੋਂ ਇੱਕ ਉੱਤੇ ਮੁਸੀਬਤ ਆਉਣ ਵਾਲੀ ਹੈ ਤੇ ਇੱਕ ਨੂੰ ਚਮਤਕਾਰੀ ਸ਼ਕਤੀ ਮਿਲਣ ਵਾਲੀ ਹੈ। ਪਰ ਇਹ ਕਿਵੇਂ ਪਤਾ ਲੱਗੇਗਾ ਕਿ ਮੁਸੀਬਤ ਕਿਸ ਤੇ ਆਏਗੀ ਤੇ ਚਮਤਕਾਰੀ ਸ਼ਕਤੀ ਕਿਹਨੂੰ ਮਿਲੇਗੀ? ਇਸ ਦਰਖਤ ਦੀਆਂ ਦੋ ਟਾਹਣੀਆਂ ਹਨ, ਇੱਕ ਟਾਹਣੀ ਦੀ ਦਿਸ਼ਾ ਚਮਤਕਾਰੀ ਵੱਲ ਹੈ ਤੇ ਦੂਜੇ ਵੱਲ ਬਿਪਤਾ। ਕੁਝ ਦਿਨਾਂ ਬਾਅਦ ਬਿਪਤਾ ਵਾਲੀ ਟਾਹਣੀ ਕੁਮਲਾ ਜਾਏਗੀ। ਇਹਨਾਂ ਕਹਿੰਦੇ ਪੰਛੀ ਬਿਰਖ ਤੋਂ ਉੱਡ ਗਏ। ਵੀਰਸੈਨ ਬਹੁਤ ਹੀ ਹੈਰਾਨੀ 'ਚ ਪੈ ਗਿਆ। ਸਵੇਰੇ ਜਦੋਂ ਰੂਪਦੇਵ ਜਾਗਿਆ ਤਾਂ ਉਹਨੇ ਰੂਪਦੇਵ ਨੂੰ ਸਾਰੀ ਗੱਲ ਸੁਣਾਈ ਤੇ ਕਹਿਣ ਲੱਗਿਆ, ਮਿੱਤਰ ਆਪਾਂ ਦੋਹੇ ਅੱਡ-ਅੱਡ ਦਿਸ਼ਾ 'ਚ ਜਾਵਾਂਗੇ ਤੇ ਹਫ਼ਤੇ ਬਾਅਦ ਇੱਥੇ ਮੁੜ ਕੇ ਆਵਾਂਗੇ। ਜਿਸ ਦਿਸ਼ਾ ਦੀ ਟਾਹਣੀ ਕੁਮਲਾਈ ਹੋਈ ਹੋਏਗੀ ਦੂਜਾ ਮਿੱਤਰ ਉਸੇ ਦਿਸ਼ਾ ਵਿੱਚ ਜਾ ਕੇ ਆਪਣੇ ਮਿੱਤਰ ਨੂੰ ਵਿਪਤਾ ਤੋਂ ਮੁਕਤ ਕਰਵਾਏਗਾ। ਇੰਨਾ ਕਹਿ ਕੇ ਦੋਵੇਂ ਮਿੱਤਰ ਅੱਡੋ-ਅੱਡ ਦਿਸ਼ਾਵਾਂ ਵੱਲ ਤੁਰ ਪਏ। ਰੂਪਦੇਵ ਨੂੰ ਬਹੁਤ ਦੂਰ ਜਾ ਕੇ ਇੱਕ ਆਲੀਸ਼ਾਨ ਮਹਿਲ ਵਿਖਾਈ ਦਿੱਤਾ। ਰੂਪਦੇਵ ਨੇ ਉਹਦੇ ਚਾਰੇ ਪਾਸੇ ਗੇੜਾ ਲਾਇਆ ਪਰ ਉਹਨੂੰ ਕਿਤੇ ਕੋਈ ਦਰਵਾਜ਼ਾ ਵਿਖਾਈ ਨਹੀਂ ਦਿੱਤਾ। ਉਹਨੇ ਕੰਧਾਂ ਨੂੰ ਹੌਲੀ-ਹੌਲੀ ਖੜਕਾਇਆ ਤਾਂ ਅਚਾਨਕ ਇੱਕ ਪੱਥਰ ਪਾਸੇ ਹਟਿਆ ਤੇ ਰਾਜਕੁਮਾਰ ਅੰਦਰ ਵੜ ਗਿਆ। ਅੰਦਰ ਵੜਨ ਮਗਰੋਂ ਪੱਥਰ ਆਪਣੇ ਫੇਰ ਉਸੇ ਟਿਕਾਣੇ ਤੇ ਆ ਗਿਆ। ਮਹਿਲ ਵਿੱਚ ਰਾਜਕੁਮਾਰ ਨੂੰ ਇੱਕ ਖੂਬਸੂਰਤ ਮੁਟਿਆਰ ਰੋਂਦੀ ਵਿਖਾਈ ਦਿੱਤੀ। ਰੂਪਦੇਵ ਦੇ ਪੁੱਛਣ ਤੇ ਉਹਨੇ ਦੱਸਿਆ, ਮੈਂ ਰਾਜੇ ਮਧੂਚੰਦ ਦੀ ਕੁੜੀ ਮਧੂਵਤੀ ਹਾਂ। ਮੈਨੂੰ ਇੱਕ ਦਿਓ ਇੱਥੇ ਚੁੱਕ ਕੇ ਲਿਆਇਆ ਤੇ ਇਸ ਮਹਿਲ ਵਿੱਚ ਮੈਨੂੰ ਬੰਦ ਕਰ ਰੱਖਿਆ। ਇਹ ਕਹਿੰਦੇ ਹੀ ਰਾਜਕੁਮਾਰੀ ਫੁੱਟ-ਫੁੱਟ ਕੇ ਰੋਣ ਲੱਗੀ। ਰੂਪਦੇਵ ਉਹਨੂੰ ਚੁੱਪ ਕਰਵਾਉਣ ਲੱਗਿਆ ਪਰ ਉਹ ਫੇਰ ਬੋਲੀ, ਉਹ ਬਹੁਤ ਜ਼ਾਲਮ ਹੈ, ਤੈਨੂੰ ਵੀ ਉਹਨੇ ਇੱਥੇ ਹੀ ਕੈਦ ਕਰ ਲੈਣਾ, ਤੂੰ ਜਲਦੀ ਇੱਥੋਂ ਚਲਾ ਜਾ। ਰਾਜਕੁਮਾਰ ਅਜੇ ਉਹਨੂੰ ਦਿਲਾਸਾ ਦੇਣਾ ਹੀ ਚਾਹੁੰਦਾ ਸੀ ਕਿ ਦਿਓ ਅੰਦਰ ਆ ਵੜਿਆ। ਅੰਦਰ ਰਾਜਕੁਮਾਰ ਨੂੰ ਵੇਖਦੇ ਹੀ ਉਹਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਉਹਨੇ ਨੁੱਕਰ 'ਚ ਪਿਆ ਪਾਣੀ ਰਾਜਕੁਮਾਰ ਤੇ ਛਿੜਕਿਆ ਤੇ ਰੂਪਦੇਵ ਉਦੋਂ ਹੀ ਇੱਕ ਬਾਂਦਰ ਬਣ ਗਿਆ। ਉਧਰ ਵੀਰਸੈਨ ਆਪਣੀ ਦਿਸ਼ਾ 'ਚ ਤੁਰਦਾ ਇੱਕ ਬਾਗ ਦੇ ਕਿਨਾਰੇ ਜਾ ਪਹੁੰਚਿਆ। ਬਾਗ ਦੇ ਐਨ ਵਿਚਕਾਰ ਇੱਕ ਸਾਫ਼ ਪਾਣੀ ਦਾ ਤਲਾਅ ਸੀ। ਵੀਰਸੈਨ ਸਵੇਰ ਦਾ ਭੁੱਖਾ ਸੀ। ਉਹਦਾ ਦਿਲ ਕੀਤਾ ਕਿ ਉਹ ਸਾਫ਼ ਅੰਮ੍ਰਿਤ ਵਰਗਾ ਪਾਣੀ ਪੀਵੇ ਤੇ ਫਲ ਖਾਵੇ। ਬਾਗ ਵਿੱਚ ਜਾ ਕੇ ਉਹਨੇ ਵੇਖਿਆ ਕਿ ਦਰਖਤਾਂ ਨੂੰ ਰੰਗ ਬਰੰਗੇ ਫਲ ਲੱਗੇ ਹੋਏ ਹਨ। ਉਸਨੇ ਪੀਲੇ ਰੰਗ ਦਾ ਫਲ ਤੋੜ ਕੇ ਖਾਧਾ ਤਾਂ ਉਹ ਵੀ ਇੱਕ ਬਾਂਦਰ ਬਣ ਗਿਆ। ਉਹ ਬਹੁਤ ਹੀ ਹੈਰਾਨ ਹੋਇਆ। ਹੁਣ ਉਹਨੇ ਲਾਲ ਰੰਗ ਦਾ ਫਲ ਖਾਣਾ ਤਾਂ ਫੇਰ ਆਦਮੀ ਬਣ ਗਿਆ। ਉਹਨੇ ਹਰੇ ਰੰਗ ਦਾ ਫਲ ਤੋੜ ਕੇ ਖਾਧਾ, ਉਹ ਪੰਛੀ ਬਣ ਗਿਆ। ਲਾਲ ਰੰਗ ਦਾ ਇੱਕ ਹੋਰ ਫਲ ਖਾ ਕੇ ਉਹ ਆਦਮੀ ਬਣਿਆ ਤੇ ਬਹੁਤ ਸਾਰੇ ਰੰਗ ਬਰੰਗੇ ਫਲ ਨਾਲ ਲੈ ਕੇ ਉਹ ਵਾਪਸ ਪਰਤਿਆ। ਜਦੋਂ ਉਸੇ ਦਰਖਤ ਕੋਲ ਵਾਪਸ ਆਇਆ ਤਾਂ ਉਹਨੇ ਵੇਖਿਆ ਕਿ ਉਸ ਤੋਂ ਉਲਟ ਦਿਸ਼ਾ ਦੀ ਟਾਹਣੀ ਕੁਮਲਾਈ ਹੋਈ ਸੀ। ਉਹ ਤੁਰੰਤ ਸਮਝ ਗਿਆ ਕਿ ਉਹਦਾ ਮਿੱਤਰ ਰਾਜਕੁਮਾਰ ਬਿਪਤਾ ਵਿੱਚ ਹੈ। ਉਸੇ ਦਿਸ਼ਾ 'ਚ ਤੁਰ ਪਿਆ। ਭਟਕਦਾ ਆਖਰ ਉਹ ਵੀ ਉਸੇ ਮਹਿਲ ਕੋਲ ਪਹੁੰਚ ਗਿਆ। ਉਹਨੇ ਵੀ ਕੰਧਾਂ ਨੂੰ ਖੜਕਾਇਆ, ਪੱਥਰ ਸਰਕਿਆ ਤੇ ਉਹ ਅੰਦਰ ਵੜ ਗਿਆ। ਅੰਦਰ ਵੜਦੇ ਹੀ ਰਾਜਕੁਮਾਰੀ ਉਹਨੂੰ ਵੇਖ ਕੇ ਰੋਣ ਲੱਗ ਪਈ। ਤੂੰ ਇੱਥੋਂ ਚਲਾ ਜਾ, ਉਹ ਨਿਰਦਈ ਦਿਓ ਤੈਨੂੰ ਵੀ ਬਾਂਦਰ ਬਣਾ ਦੇਗਾ। ਪਰ ਵੀਰਸੈਨ ਨੇ ਉਹਨੂੰ ਹੌਸਲਾ ਦਿੱਤਾ ਤੇ ਕਹਿਣ ਲੱਗਾ, ਤੂੰ ਫਿਕਰ ਨਾ ਕਰ, ਮੈਂ ਤੁਹਾਨੂੰ ਇੱਥੋਂ ਕੱਢ ਕੇ ਲੈ ਚੱਲਾਂਗਾ। ਇੰਨਾ ਕਹਿ ਕੇ ਉਹਨੇ ਲਾਲ ਰੰਗ ਦਾ ਫਲ ਰਾਜਕੁਮਾਰ ਰੂਪਦੇਵ ਨੂੰ ਖਵਾਇਆ, ਜਿਹੜਾ ਬਾਂਦਰ ਬਣਿਆ ਹੋਇਆ ਸੀ। ਫਲ ਖਾਣ ਮਗਰੋਂ ਰੂਪਦੇਵ ਫਿਰ ਆਦਮੀ ਬਣ ਗਿਆ। ਹੁਣ ਉਹਨੇ ਹਰੇ ਰੰਗ ਦਾ ਫਲ ਉਹਨਾਂ ਦੋਹਾਂ ਨੂੰ ਖਵਾਇਆ ਤੇ ਆਪ ਖਾਧਾ ਤਾਂ ਉਹ ਤਿੰਨੇ ਪੰਛੀ ਬਣ ਕੇ ਉੱਡ ਪਏ ਤੇ ਮਹਿਲ ਤੋਂ ਬਾਹਰ ਆ ਕੇ ਫਿਰ ਆਦਮੀ ਬਣ ਗਏ। ਸ਼ਾਮ ਨੂੰ ਉਹ ਉਸੇ ਹੀ ਦਰਖਤ ਥੱਲੇ ਆ ਕੇ ਲੇਟੇ ਤਾਂ ਗਈ ਰਾਤ ਫਿਰ ਪੰਛੀਆਂ ਦੀ ਆਵਾਜ਼ ਸੁਣਾਈ ਦਿੱਤੀ। ਇੱਕ ਪੰਛੀ ਦੂਜੇ ਨੂੰ ਕਹਿ ਰਿਹਾ ਸੀ, ਦਿਓ ਦੀ ਜਾਨ ਪੱਛਮ ਦਿਸ਼ਾ ਵਾਲੀ ਟਹਿਣੀ 'ਚ ਅਟਕੀ ਹੋਈ ਹੈ। ਇਹ ਸੁਣਦੇ ਵੀਰਸੈਨ ਨੇ ਆਪਣੀ ਤਲਵਾਰ ਚੁੱਕੀ ਤੇ ਦਰਖਤ ਦੀ ਪੱਛਮ ਦਿਸ਼ਾ ਵਾਲੀ ਟਹਿਣੀ ਵੱਢ ਸੁੱਟੀ। ਇਸ ਤੋਂ ਮਗਰੋਂ ਦੋਵੇਂ ਦੋਸਤ ਰਾਜਕੁਮਾਰੀ ਨੂੰ ਉਹਦੇ ਮਹਿਲਾਂ 'ਚ ਛੱਡਣ ਗਏ ਤਾਂ ਮਧੂਚੰਦ ਨੇ ਆਪਣੀ ਰਾਜਕੁਮਾਰੀ ਦਾ ਵਿਆਹ ਰਾਜਕੁਮਾਰ ਰੂਪਦੇਵ ਨਾਲ ਕਰ ਦਿੱਤਾ। ਤਿੰਨੇ ਜਣੇ ਬਹੁਤ ਹੀ ਖੁਸ਼ੀ ਚੰਦਰ ਨਗਰ ਵਾਪਸ ਪਹੁੰਚੇ। ਜੈਦੇਵ ਨੇ ਰੂਪਦੇਵ ਨੂੰ ਰਾਜ ਭਾਗ ਸੌਂਪ ਦਿੱਤਾ ਤੇ ਵੀਰਸੈਨ ਨੂੰ ਉਹਦਾ ਮਹਾਮੰਤਰੀ ਬਣਾ ਦਿੱਤਾ। ਧੰਨਵਾਦ। ਅਗਲੀ ਕਹਾਣੀ ਹੈ ਰਾਜਸਥਾਨ ਦੀ ਲੋਕ ਕਥਾ ਲੱਕੜ ਦੀ ਕੁੜੀ। ਇੱਕ ਨਿੱਕੇ ਜਿਹੇ ਪਿੰਡ 'ਚ 4 ਦੋਸਤ ਰਹਿੰਦੇ ਸਨ। ਚਾਰਾਂ ਦਾ ਆਪਸ ਵਿੱਚ ਬਹੁਤ ਹੀ ਪਿਆਰ ਸੀ। ਉਹ ਸਵੇਰੇ ਇਕੱਠੇ ਹੋ ਕੇ ਪਿੰਡ ਤੋਂ ਬਾਹਰ ਖੇਤਾਂ 'ਚ ਘੁੰਮਦੇ
ਤੇ ਸਾਰਾ ਦਿਨ ਐਸ਼ ਕਰਦੇ। ਜਦੋਂ ਉਹਨਾਂ ਦੀ ਉਮਰ 19-20 ਸਾਲਾਂ ਦੇ ਨੇੜੇ ਤੇੜੇ ਪਹੁੰਚੀ ਤਾਂ ਘਰਦਿਆਂ ਨੇ ਉਹਨਾਂ ਨੂੰ ਕੰਮ ਸਿੱਖਣ ਲਈ ਵੱਖੋ ਵੱਖਰੇ ਗੁਰੂਆਂ ਕੋਲ ਭੇਜ ਦਿੱਤਾ। ਇੱਕ ਦੋਸਤ ਬ੍ਰਾਹਮਣ ਸੀ, ਉਹਨੂੰ ਇੱਕ ਬਹੁਤ ਹੀ ਵੱਡੇ ਬ੍ਰਾਹਮਣ ਕੋਲ ਗਿਆਨ ਹਾਸਲ ਕਰਨ ਲਈ ਭੇਜਿਆ ਗਿਆ। ਦੂਸਰਾ ਦੋਸਤ ਦਰਜੀ ਸੀ, ਉਹਨੂੰ ਕੱਪੜੇ ਸਿਉਣ ਦੀ ਜਾਚ ਸਿੱਖਣ ਲਈ ਇੱਕ ਵਧੀਆ ਦਰਜੀ ਕੋਲ ਭੇਜਿਆ ਗਿਆ। ਤੀਸਰਾ ਦੋਸਤ ਸੁਨਿਆਰ ਸੀ, ਉਹਨੂੰ ਗਹਿਣੇ ਬਣਾਉਣ ਵਿੱਚ ਮੁਹਾਰਤ ਹਾਸਲ ਕਰਨ ਲਈ ਸੁਨਿਆਰੇ ਦੀ ਦੁਕਾਨ ਤੇ ਲਾਇਆ ਗਿਆ। ਇਸੇ ਤਰ੍ਹਾਂ ਚੌਥਾ ਦੋਸਤ ਤਰਖਾਣ ਸੀ, ਉਹਨੂੰ ਲੱਕੜੀ ਦਾ ਕੰਮ ਸਿੱਖਣ ਲਈ ਇੱਕ ਬਹੁਤ ਹੀ ਵਧੀਆ ਤਰਖਾਣ ਕੋਲ ਭੇਜ ਦਿੱਤਾ ਗਿਆ। ਪੂਰਾ 1 ਸਾਲ ਉਹਨਾਂ ਨੇ ਆਪਣਾ ਕੰਮ ਬਹੁਤ ਹੀ ਮਿਹਨਤ ਨਾਲ ਤੇ ਲਗਨ ਨਾਲ ਸਿੱਖਿਆ ਤੇ ਆਪਣੇ ਆਪਣੇ ਕਿੱਤੇ ਵਿੱਚ ਮੁਹਾਰਤ ਹਾਸਲ ਕਰਕੇ ਉਹ ਆਪਣੇ ਪਿੰਡ ਵਾਪਸ ਮੁੜ ਆਏ। ਹੁਣ ਉਹਨਾਂ ਕੋਲ ਕਲਾ ਦਾ ਖਜ਼ਾਨਾ ਸੀ। ਉਹਨਾਂ ਨੇ ਸੋਚਿਆ ਕਿ ਕਿਉਂ ਨਾ ਹੁਣ ਸ਼ਹਿਰ ਜਾ ਕੇ ਇਸ ਕਲਾ ਦਾ ਪ੍ਰਦਰਸ਼ਨ ਕੀਤਾ ਜਾਏ ਤੇ ਖੂਬ ਧਨ ਦੌਲਤ ਕਮਾਈ ਜਾਵੇ। ਇਹ ਸੋਚ ਕੇ ਉਹਨਾਂ ਨੇ ਸ਼ਹਿਰ ਜਾਣ ਦਾ ਪ੍ਰੋਗਰਾਮ ਬਣਾਇਆ ਤੇ ਇੱਕ ਦਿਨ ਸਵੇਰ ਹੁੰਦੇ ਸਾਰੀ ਉਹ ਚਾਰੇ ਜਣੇ ਸ਼ਹਿਰ ਵੱਲ ਤੁਰ ਪਏ। ਦੁਪਹਿਰੇ ਉਹਨਾਂ ਨੇ ਇੱਕ ਥਾਂ ਰੁਕ ਕੇ ਆਰਾਮ ਕੀਤਾ ਤੇ ਅੰਨ ਪਾਣੀ ਛਕਿਆ ਤੇ ਫਿਰ ਆਪਣੀ ਮੰਜ਼ਿਲ ਵੱਲ ਚੱਲ ਪਏ। ਸ਼ਾਮ ਨੂੰ ਉਹ ਇੱਕ ਸੰਘਣੇ ਜੰਗਲ 'ਚ ਪਹੁੰਚ ਗਏ। ਇਸ ਤੋਂ ਅੱਗੇ ਜਾਣਾ ਬੜਾ ਭਿਆਨਕ ਲੱਗਦਾ ਸੀ ਕਿਉਂਕਿ ਜੰਗਲ ਵਿੱਚੋਂ ਪਸ਼ੂਆਂ ਦੀਆਂ ਡਰਾਉਣੀਆਂ ਆਵਾਜ਼ਾਂ ਆ ਰਹੀਆਂ ਸਨ। ਚਾਰਾਂ ਨੇ ਇੱਕ ਚੰਗੀ ਜਿਹੀ ਥਾਂ ਵੇਖ ਕੇ ਰੁਕਣ ਦਾ ਇਰਾਦਾ ਬਣਾਇਆ। ਉਹਨਾਂ ਸਾਰਿਆਂ ਕੋਲ ਆਪਣੇ ਆਪਣੇ ਸੰਦ ਹਥਿਆਰ ਸਨ। ਬ੍ਰਾਹਮਣ ਕੋਲ ਆਪਣੀਆਂ ਕਿਤਾਬਾਂ ਸਨ। ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਰਾਤ ਨੂੰ ਵਾਰੋ ਵਾਰੀ ਇੱਕ ਇੱਕ ਜਣਾ ਪਹਿਰਾ ਦੇਵੇਗਾ ਤੇ ਦੂਸਰੇ 3 ਬੇਫਿਕਰ ਹੋ ਕੇ ਸੌਣਗੇ। ਉਹਨਾਂ ਨੇ ਡਿਊਟੀਆਂ ਵੰਡ ਲਈਆਂ। ਸਭ ਤੋਂ ਪਹਿਲਾਂ ਜਾਗਣ ਦੀ ਡਿਊਟੀ ਤਰਖਾਣ ਦੀ ਲੱਗੀ। ਬਾਕੀ ਤਿੰਨੇ ਮਿੱਤਰ ਸੌਂ ਗਏ। ਤਰਖਾਣ ਨੇ ਸੋਚਿਆ ਕਿ ਬੈਠੇ ਬੈਠੇ ਕੀ ਕਰਾਂਗਾ। ਉਹਨੇ ਦਰਖਤ ਨਾਲੋਂ ਇੱਕ ਟਾਹਣਾ ਕੱਟਿਆ ਤੇ ਆਪਣੇ ਸੰਦ ਤੇ ਸਾਰੰਦਾ ਚੁੱਕ ਕੇ ਉਹਨੂੰ ਕੁੜੀ ਦਾ ਰੂਪ ਦੇ ਦਿੱਤਾ। ਲੱਕੜ ਦੀ ਇਹ ਕੁੜੀ ਬਹੁਤ ਹੀ ਸੋਹਣੀ ਲੱਗਦੀ ਸੀ। ਕੁਝ ਦੇਰ ਬਾਅਦ ਜਾਗਣ ਦੀ ਵਾਰੀ ਦਰਜੀ ਦੀ ਸੀ। ਦਰਜੀ ਨੇ ਸੋਚਿਆ ਕਿ ਉਹ ਵਿਹਲਾ ਬੈਠਾ ਕੀ ਕਰੇਗਾ। ਉਦੋਂ ਹੀ ਉਹਨੂੰ ਲੱਕੜੀ ਦੀ ਉਹ ਕੁੜੀ ਦਿਸੀ ਤਾਂ ਉਹਨੇ ਸੋਚਿਆ ਕਿ ਜੇ ਉਹ ਉਹਦੇ ਕੱਪੜੇ ਸਿਉਂਦੇ ਤਾਂ ਇਹ ਹੋਰ ਵੀ ਸੋਹਣੀ ਲੱਗਣ ਲੱਗ ਪਏਗੀ। ਇੰਨਾ ਸੋਚ ਕੇ ਉਹਨੇ ਆਪਣੇ ਥੈਲੇ ਵਿੱਚ ਸੂਈ ਧਾਗਾ ਕੱਢਿਆ ਤੇ ਕੁੜੀ ਦੇ ਕੱਪੜੇ ਸਿਉਣੇ ਸ਼ੁਰੂ ਕਰ ਦਿੱਤੇ। ਕੱਪੜੇ ਪਾ ਕੇ ਕੁੜੀ ਹੋਰ ਵੀ ਸੋਹਣੀ ਦਿਸਣ ਲੱਗੀ। ਤੀਸਰੇ ਨੰਬਰ ਤੇ ਸੁਨਿਆਰ ਮਿੱਤਰ ਦੀ ਜਾਗਣ ਦੀ ਵਾਰੀ ਆਈ। ਉਸਨੇ ਉਹ ਸੋਹਣੀ ਸੁਨੱਖੀ ਲੱਕੜ ਦੀ ਕੁੜੀ ਵੇਖੀ ਤਾਂ ਉਹਨੂੰ ਉਹਦੇ ਗਹਿਣੇ ਪਾਉਣ ਦਾ ਖਿਆਲ ਆਇਆ। ਉਹਨੇ ਆਪਣੇ ਸੰਦ ਕੱਢੇ ਤੇ ਉਸ ਕੁੜੀ ਦੇ ਗਲ ਲਈ ਹਾਰ, ਕੰਨਾਂ ਲਈ ਕਾਂਟੇ, ਬਾਹਾਂ ਲਈ ਵੰਗਾਂ, ਨੱਕ ਲਈ ਨੱਥ ਬਣਾ ਕੇ ਉਹਨੂੰ ਸਜਾ ਦਿੱਤਾ। ਚੌਥੇ ਨੰਬਰ ਤੇ ਬ੍ਰਾਹਮਣ ਦੀ ਵਾਰੀ ਆਈ ਤਾਂ ਉਹਨੇ ਸੋਚਿਆ ਇੰਨੀ ਸੋਹਣੀ ਸੁਨੱਖੀ ਕੁੜੀ 'ਚ ਜੇ ਜਾਨ ਨਹੀਂ ਤਾਂ ਉਹ ਕਿਸ ਕੰਮ। ਇਹ ਖਿਆਲ ਆਉਂਦੇ ਉਹਨੇ ਆਪਣੇ ਗੁਰੂ ਤੋਂ ਸਿੱਖੀ ਵਿਦਿਆ ਦਾ ਉਪਯੋਗ ਕੀਤਾ ਤੇ ਮੰਤਰ ਪੜ੍ਹ ਕੇ ਪਾਣੀ ਜਦੋਂ ਲੱਕੜ ਦੀ ਕੁੜੀ ਤੇ ਛਿੜਕਿਆ ਤਾਂ ਇੱਕ ਹੱਸਦੀ ਹੋਈ ਸੋਹਣੀ ਸੁਨੱਖੀ ਮੁਟਿਆਰ 'ਚ ਬਦਲ ਗਈ। ਇੰਨੇ ਨੂੰ ਸਵੇਰ ਹੋ ਗਈ। ਖੂਬਸੂਰਤ ਜਿਉਂਦੀ ਜਾਗਦੀ ਕੁੜੀ ਵੇਖ ਕੇ ਸਭ ਦਾ ਮਨ ਲਲਚਾ ਗਿਆ। ਹਰ ਕੋਈ ਉਸ ਤੇ ਆਪਣਾ ਆਪਣਾ ਦਾਅਵਾ ਜਤਾਉਣ ਲੱਗਿਆ। ਤਰਖਾਣ ਕਹਿਣ ਲੱਗਿਆ, ਮੈਂ ਇਹਨੂੰ ਬਣਾਇਆ ਹੈ, ਇਸ ਲਈ ਮੈਂ ਇਹਦਾ ਪਹਿਲਾ ਅਧਿਕਾਰੀ ਹਾਂ। ਦਰਜੀ ਕਹਿਣ ਲੱਗਾ, ਮੈਂ ਇਹਦੇ ਕੱਪੜੇ ਪਵਾਏ ਹਨ, ਇਸ ਲਈ ਇਹ ਮੇਰੀ ਹੈ। ਸੁਨਿਆਰ ਬੋਲਿਆ, ਮੈਂ ਇਹਨੂੰ ਸਜਾਇਆ ਹੈ, ਇਹਦਾ ਇੱਕੋ ਇੱਕ ਹੱਕਦਾਰ ਮੈਂ ਹਾਂ। ਇਹਨਾਂ ਸਾਰੀਆਂ ਚੀਜ਼ਾਂ ਦੇ ਹੁੰਦੇ ਇਹ ਕਿਸ ਕੰਮ ਦੀ ਸੀ ਜੇ ਮੈਂ ਇਸ ਵਿੱਚ ਜਾਨ ਨਾ ਪਾਉਂਦਾ। ਇਹ ਮੇਰੀ ਤੇ ਸਿਰਫ ਮੇਰੀ ਹੈ, ਬ੍ਰਾਹਮਣ ਦਾ ਮਤ ਸੀ। ਚਾਰੋਂ ਇਸੇ ਬਹਿਸ 'ਚ ਪੈ ਗਏ ਕਿ ਇਸ ਖੂਬਸੂਰਤ ਕੁੜੀ ਦੇ ਤੇ ਆਖਰ ਕਿਸ ਦਾ ਹੱਕ ਹੈ। ਇੰਨੇ ਨੂੰ ਇੱਕ ਬਜ਼ੁਰਗ ਆਦਮੀ ਸਾਹਮਣੇ ਆਉਂਦਾ ਦਿਸਿਆ। ਚਾਰਾਂ ਨੇ ਆਪਣੀ ਬਹਿਸ ਦਾ ਹੱਲ ਨਾ ਨਿਕਲਦਾ ਵੇਖ ਕੇ ਉਸ ਬਜ਼ੁਰਗ ਸਾਹਮਣੇ ਆਪਣੀ ਸਮੱਸਿਆ ਪੇਸ਼ ਕੀਤੀ। ਬਜ਼ੁਰਗ ਨੇ ਕੁਝ ਚਿਰ ਲਈ ਸੋਚਿਆ ਤੇ ਫਿਰ ਆਪਣਾ ਫੈਸਲਾ ਸੁਣਾਇਆ। ਦੇਖੋ, ਤਰਖਾਣ ਨੇ ਇਹਨੂੰ ਜਨਮ ਦਿੱਤਾ ਹੈ ਤੇ ਜਨਮ ਦੇਣ ਵਾਲਾ ਪਿਓ ਹੁੰਦਾ ਹੈ ਤੇ ਪਿਓ ਨੇ ਧੀ ਨੂੰ ਤੋਰਨਾ ਹੀ ਹੁੰਦਾ ਹੈ। ਤਰਖਾਣ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ। ਉਹ ਕਹਿਣ ਲੱਗਾ, ਬਾਬਾ ਜੀ, ਮੇਰੇ ਤੋਂ ਬੜੀ ਭੁੱਲ ਹੋਈ ਹੈ, ਮੈਂ ਇਹਦਾ ਕੰਨਿਆਦਾਨ ਕਰਾਂਗਾ। ਬ੍ਰਾਹਮਣ ਨੇ ਇਸ 'ਚ ਜਾਨ ਪਾਈ ਹੈ, ਇਸ ਲਈ ਉਹ ਇਸ ਕੰਨਿਆ ਲਈ ਰੱਬ ਦਾ ਰੂਪ ਹੈ ਤੇ ਰੱਬ ਪਿਓ ਵਰਗਾ ਹੁੰਦਾ ਹੈ।
ਬਜ਼ੁਰਗ ਦੀ ਇਹ ਗੱਲ ਸੁਣ ਕੇ ਬ੍ਰਾਹਮਣ ਵੀ ਛਿੱਥਾ ਪੈ ਗਿਆ। ਤੀਸਰੇ ਨੰਬਰ ਤੇ ਦਰਜੀ ਆਉਂਦਾ। ਉਹਨੇ ਇਸ ਨਗਨ ਕੁੜੀ ਦੇ ਕੱਪੜੇ ਪਾ ਕੇ ਇਹਦੀ ਇੱਜ਼ਤ ਢਕੀ ਹੈ ਤੇ ਇੱਜ਼ਤ ਢਕਣ ਵਾਲਾ ਹਮੇਸ਼ਾ ਭਰਾ ਹੀ ਹੋ ਸਕਦਾ। ਦਰਜੀ ਵੀ ਬਜ਼ੁਰਗ ਦੀ ਗੱਲ ਸੁਣ ਕੇ ਸ਼ਰਮਿੰਦਾ ਹੋ ਗਿਆ। ਬਜ਼ੁਰਗ ਨੇ ਫੈਸਲਾ ਸੁਣਾਇਆ, ਔਰਤ ਦਾ ਸ਼ਿੰਗਾਰ ਉਹਦਾ ਪਤੀ ਕਰਦਾ ਹੈ, ਇਸ ਲਈ ਸੁਨਿਆਰ ਇਸ ਕੁੜੀ ਦਾ ਪਤੀ ਮੰਨਿਆ ਜਾ ਸਕਦਾ ਹੈ। ਕੁੜੀ ਲਈ ਗਹਿਣੇ ਹਮੇਸ਼ਾ ਪਤੀ ਲਿਆਉਂਦਾ ਹੈ, ਇਸ ਲਈ ਮੇਰਾ ਫੈਸਲਾ ਸੁਨਿਆਰ ਦੇ ਹੱਕ ਵਿੱਚ ਹੈ। ਉਹਦੇ ਨਾਲ ਹੀ ਇਹਦਾ ਵਿਆਹ ਹੋਣਾ ਚਾਹੀਦਾ ਹੈ। ਬਜ਼ੁਰਗ ਦੀਆਂ ਗੱਲਾਂ ਵਜ਼ਨਦਾਰ ਸਨ। ਸਾਰਿਆਂ ਨੂੰ ਉਹਦਾ ਫੈਸਲਾ ਮੰਨਣਾ ਪਿਆ। ਸੁਨਿਆਰ ਨਾਲ ਉਹਦਾ ਵਿਆਹ ਹੋਇਆ। ਮੰਤਰ ਬ੍ਰਾਹਮਣ ਨੇ ਪੜ੍ਹੇ ਤੇ ਤਰਖਾਣ ਨੇ ਕੰਨਿਆਦਾਨ ਕੀਤਾ। ਬਜ਼ੁਰਗ ਤੋਂ ਆਸ਼ੀਰਵਾਦ ਲੈ ਕੇ ਉਹ ਪੰਜੇ ਜਣੇ ਆਪਣੇ ਰਾਹ ਪੈ ਗਏ। ਧੰਨਵਾਦ। ਅਗਲੀ ਕਹਾਣੀ ਹੈ ਪਾਗਲ ਦੀ ਸਕੀਮ। ਇਹ ਕੇਰਲ ਦੀ ਲੋਕ ਕਹਾਣੀ ਹੈ। ਉਸ ਦਾ ਨਾਂ ਤਾਂ ਛਲੀਆ ਸੀ, ਪਰ ਲੋਕ ਉਹਨੂੰ ਪਾਗਲ ਪਾਗਲ ਕਹਿ ਕੇ ਬੁਲਾਉਂਦੇ ਸਨ। ਪਿੰਡ ਦੇ ਵਿੱਚ ਲੋਕਾਂ ਨੇ ਉਹਦਾ ਰਹਿਣ ਦੁੱਭਰ ਕਰ ਰੱਖਿਆ ਸੀ। ਕੋਈ ਉਹਦੀ ਸਲਾਹ ਨਹੀਂ ਸੀ ਲੈਂਦਾ, ਨਾ ਹੀ ਉਹਦੀ ਕਿਸੇ ਗੱਲ ਨੂੰ ਕੋਈ ਧਿਆਨ ਨਾਲ ਸੁਣਦਾ ਸੀ। ਉਹ ਪਿੰਡ ਦੇ ਲੋਕਾਂ ਦੇ ਇਸ ਵਿਹਾਰ ਤੋਂ ਬਹੁਤ ਦੁਖੀ ਸੀ। ਆਖਿਰ ਉਹਨੇ ਇੱਕ ਸਕੀਮ ਬਣਾਈ ਤਾਂ ਕਿ ਉਹ ਪਿੰਡ ਦੇ ਲੋਕਾਂ ਨੂੰ ਢੁਕਵਾਂ ਸਬਕ ਸਿਖਾ ਸਕੇ ਤੇ ਮੁੜ ਉਹਨੂੰ ਕੋਈ ਪਾਗਲ ਕਹਿ ਕੇ ਬੁਲਾਉਣ ਦੀ ਜੁਰਤ ਨਾ ਕਰ ਸਕੇ। ਉਸ ਨੇ ਪਿੰਡ ਵਿੱਚ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਉਹ ਪਿੰਡ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਦਾਵਤ ਦੇਗਾ। ਉਸ ਲਈ ਉਹਨੇ ਪਿੰਡ ਦੇ ਹਲਵਾਈ ਨੂੰ ਕਹਿ ਦਿੱਤਾ ਤੇ ਸਾਰੇ ਲੋਕਾਂ ਨੂੰ ਸੱਦਾ ਵੀ ਦੇ ਆਇਆ। ਲੋਕ ਬੜੇ ਖੁਸ਼ ਸਨ। ਪਾਗਲ ਹੈ, ਬਿਨਾਂ ਮਤਲਬ ਹੀ ਸਾਰੇ ਪਿੰਡ ਨੂੰ ਖਾਣਾ ਖਵਾ ਰਿਹਾ ਹੈ। ਦਾਵਤ ਦਾ ਇੱਕ ਦਿਨ ਨਿਸ਼ਚਿਤ ਕਰ ਦਿੱਤਾ ਗਿਆ। ਇਸ ਨਿਸ਼ਚਿਤ ਦਿਨ ਤੋਂ 2-3 ਦਿਨ ਪਹਿਲਾਂ ਪਾਗਲ ਲੋਕਾਂ ਦੇ ਘਰ ਗਿਆ ਤੇ ਉਹਨੇ ਲੋਕਾਂ ਤੋਂ ਭਾਂਡੇ ਮੰਗੇ। ਕਿਸੇ ਤੋਂ ਵੱਡਾ ਪਤੀਲਾ, ਕਿਸੇ ਤੋਂ ਕੜਾਈ, ਬਹੁਤ ਸਾਰੇ ਭਾਂਡੇ ਉਹਨੇ ਇਕੱਠੇ ਕਰ ਲਏ। ਮਿੱਥੇ ਹੋਏ ਦਿਨ ਤੇ ਲੋਕ ਆਏ ਤਾਂ ਉਹਨਾਂ ਨੂੰ ਬਹੁਤ ਵਧੀਆ ਖਾਣਾ ਪਰੋਸਿਆ ਗਿਆ। ਲੋਕਾਂ ਨੇ ਖੂਬ ਢਿੱਡ ਭਰ ਭਰ ਕੇ ਖਾਧਾ ਤੇ ਪਾਗਲ ਦੀ ਅਕਲ ਤੇ ਹੱਸਦੇ ਹੱਸਦੇ ਚਲੇ ਗਏ। ਕੁਝ ਦਿਨਾਂ ਮਗਰੋਂ ਲੋਕ ਆਪਣੇ ਆਪਣੇ ਭਾਂਡੇ ਮੰਗਣ ਪਾਗਲ ਦੇ ਘਰ ਗਏ ਤਾਂ ਪਾਗਲ ਕਹਿਣ ਲੱਗਿਆ, ਬਈ 1-2 ਦਿਨ ਦੀ ਗੱਲ ਹੈ ਕਿ ਮੈਂ ਭਾਂਡੇ ਸਭ ਦੇ ਘਰੋਂ ਘਰੀ ਪਹੁੰਚਾ ਦਿਆਂਗਾ। ਲੋਕ ਮੁੜ ਗਏ। ਤੀਜੇ ਚੌਥੇ ਦਿਨ ਪਾਗਲ ਨੇ ਭਾਂਡੇ ਚੁੱਕੇ ਤੇ ਸਭ ਦੇ ਘਰ ਦੇਣ ਜਾਣ ਲੱਗਿਆ। ਉਹ ਜਿਸ ਦੇ ਵੀ ਘਰ ਜਾਂਦਾ ਉਹਨੂੰ ਵੱਡੇ ਭਾਂਡੇ ਨਾਲ ਇੱਕ ਛੋਟਾ ਭਾਂਡਾ ਜ਼ਰੂਰ ਦਿੰਦਾ। ਲੋਕ ਬੜੇ ਹੈਰਾਨ ਹੋਏ ਤੇ ਪੁੱਛਣ ਲੱਗੇ, ਓਏ ਪਾਗਲ, ਇਹ ਛੋਟਾ ਭਾਂਡਾ ਕਿਉਂ ਦੇ ਰਿਹਾ? ਇਹ ਤਾਂ ਸਾਡਾ ਨਹੀਂ। ਦਰਅਸਲ ਗੱਲ ਇਹ ਹੈ ਕਿ ਖਾਣੇ ਮਗਰੋਂ ਮੈਂ ਸਾਰੇ ਭਾਂਡੇ ਧੋ ਕੇ ਤਹਿਖਾਨੇ 'ਚ ਰੱਖ ਦਿੱਤੇ, ਪਰ 2-3 ਦਿਨ ਬਾਅਦ ਜਦ ਮੈਂ ਕੁੰਡਾ ਖੋਲਿਆ ਤਾਂ ਇਹ ਨਿੱਕਾ ਨਿੱਕਾ ਭਾਂਡਾ ਵੀ ਵੱਡੇ ਭਾਂਡੇ ਦੇ ਕੋਲ ਪਿਆ ਸੀ। ਸ਼ਾਇਦ ਵੱਡੇ ਭਾਂਡਿਆਂ ਨੇ ਇਹ ਜਵਾਕ ਜੰਮ ਦਿੱਤੇ ਹਨ, ਇਸ ਲਈ ਇਹ ਵੀ ਤੁਹਾਡੀ ਹੀ ਅਮਾਨਤ ਹਨ, ਇਹ ਕਬੂਲ ਕਰੋ। ਪਾਗਲ ਦਲੀਲ ਦਿੰਦਾ। ਲੋਕੀ ਉਹਨੂੰ ਹੁਣ ਪਾਗਲ ਤੋਂ ਮਹਾ ਪਾਗਲ ਕਹਿਣ ਲੱਗੇ। ਗੱਲ ਭਾਵੇਂ ਉਹਨਾਂ ਨੂੰ ਜੱਚਦੀ ਨਹੀਂ ਸੀ, ਪਰ ਫਾਲਤੂ ਭਾਂਡਾ ਰੱਖ ਲੈਣ 'ਚ ਕੀ ਹਰਜ ਸੀ। ਇਹ ਸੋਚ ਕੇ ਪਾਗਲ ਦੀ ਅਕਲ ਤੇ ਹੱਸਦੇ ਸਾਰਿਆਂ ਨੇ 2-2 ਭਾਂਡੇ ਰੱਖ ਲਏ। 2-3 ਮਹੀਨੇ ਬਾਅਦ ਪਾਗਲ ਨੇ ਫਿਰ ਖਾਣਾ ਖਵਾਉਣ ਬਾਰੇ ਪਿੰਡ ਦੇ ਲੋਕਾਂ ਨੂੰ ਆਖ ਦਿੱਤਾ। ਉਸੇ ਤਰ੍ਹਾਂ ਹਲਵਾਈ ਨੂੰ ਕਿਹਾ ਗਿਆ ਤੇ ਲੋਕਾਂ ਨੂੰ ਵੀ ਇੱਕ ਦਿਨ ਮਿੱਥ ਕੇ ਸੱਦਾ ਦੇ ਦਿੱਤਾ। ਖਾਣੇ ਵਾਲੇ ਦਿਨ ਤੋਂ 2-3 ਦਿਨ ਪਹਿਲਾਂ ਪਾਗਲ ਫਿਰ ਉਸੇ ਤਰ੍ਹਾਂ ਲੋਕਾਂ ਦੇ ਘਰ ਭਾਂਡੇ ਮੰਗਣ ਗਿਆ। ਲੋਕਾਂ ਨੂੰ ਪਿਛਲੀ ਗੱਲ ਅਜੇ ਭੁੱਲੀ ਨਹੀਂ ਸੀ। ਜਿਸ ਘਰ ਤੋਂ ਉਹਨੇ ਇੱਕ ਭਾਂਡਾ ਮੰਗਿਆ, ਉਹਨੇ 4 ਭਾਂਡੇ ਪਾਗਲ ਦੇ ਹੱਥ ਫੜਾਏ ਤਾਂ ਕਿ ਉਹਦੇ ਭਾਂਡੇ ਦੁੱਗਣੇ ਹੋ ਕੇ ਆਉਣ। ਪਾਗਲ ਨੇ ਬਹੁਤ ਨਾਂਹ ਕੀਤੀ, ਪਰ ਲੋਕ ਮੱਲੋ ਮੱਲੀ ਉਹਨੂੰ ਭਾਂਡੇ ਦੇਣ ਲੱਗੇ। ਇੱਥੋਂ ਤੱਕ ਕਿ ਖਾਣੇ ਵਾਲੇ ਦਿਨ ਵੀ ਲੋਕ ਉਹਦੇ ਘਰ ਮੱਲੋ ਮੱਲੀ ਆਪਣੇ ਭਾਂਡੇ ਛੱਡ ਗਏ। ਖਾਣਾ ਖਾ ਕੇ ਲੋਕੀ ਫਿਰ ਉਸੇ ਤਰ੍ਹਾਂ ਉਹਦੀ ਅਕਲ ਤੇ ਹੱਸਦੇ, ਢਿੱਡ ਤੇ ਹੱਥ ਫੇਰਦੇ ਚਲੇ ਗਏ ਤੇ ਉਹਨੂੰ ਉਡੀਕਣ ਲੱਗੇ ਕਿ ਕਦੋਂ ਉਹਨਾਂ ਦੇ ਭਾਂਡੇ ਦੁੱਗਣੇ ਹੋ ਕੇ ਮੁੜਦੇ ਹਨ। 2 ਦਿਨ ਲੰਘ ਗਏ, 3, 4, 5 ਦਿਨ ਬੀਤ ਗਏ, ਪਰ ਪਾਗਲ ਭਾਂਡੇ ਮੋੜਨ ਨਹੀਂ ਆਇਆ। ਲੋਕ ਉਡੀਕ ਕੇ ਉਹਦੇ ਘਰ ਗਏ ਤੇ ਆਪਣੇ ਭਾਂਡੇ ਮੰਗਣ ਲੱਗੇ। ਪਾਗਲ ਨੇ ਭੋਲਾ ਜਿਹਾ ਮੂੰਹ ਬਣਾਇਆ ਤੇ ਕਹਿਣ ਲੱਗਾ, ਕੀ ਦੱਸਾਂ ਭਰਾਵੋ, ਸਾਰੇ ਭਾਂਡੇ ਮਰ ਗਏ। ਮੈਨੂੰ ਖਿਮਾ ਕਰਨਾ, ਖਾਣਾ ਖਾ ਕੇ ਸਾਰੇ ਬਿਮਾਰ ਹੋ ਗਏ ਤੇ ਮਰ ਗਏ। ਪਿੰਡ ਦੇ ਲੋਕ ਬੜੇ ਗੁੱਸੇ 'ਚ ਆ ਗਏ ਤੇ ਰਾਜੇ ਦੇ ਦਰਬਾਰ 'ਚ ਪਹੁੰਚ ਗਏ।
ਤੇ ਸਾਰੀ ਕਹਾਣੀ ਰਾਜੇ ਨੂੰ ਸੁਣਾ ਦਿੱਤੀ। ਰਾਜੇ ਨੇ ਪਾਗਲ ਨੂੰ ਸੱਦਿਆ ਤੇ ਉਹਨੂੰ ਆਪਣਾ ਪੱਖ ਸਪਸ਼ਟ ਕਰਨ ਲਈ ਕਿਹਾ। ਪਾਗਲ ਨੇ ਹੱਥ ਜੋੜੇ ਤੇ ਕਹਿਣ ਲੱਗਿਆ, ਦੇਖੋ ਮਹਾਰਾਜ, ਮੈਂ ਪਹਿਲੇ ਖਾਣੇ ਵੇਲੇ ਬਰਤਨ ਜਦੋਂ ਤਹਿਖਾਨੇ 'ਚ ਰੱਖੇ ਤਾਂ ਉਹਨਾਂ ਦੇ ਜਵਾਕ ਜੰਮੇ ਤੇ ਮੈਂ ਉਹ ਜਵਾਕ ਇਹਨਾਂ ਨੂੰ ਨਾਲੋਂ ਨਾਲ ਦੇ ਆਇਆ ਤੇ ਇਹਨਾਂ ਸਾਰਿਆਂ ਨੇ ਖੁਸ਼ੀ-ਖੁਸ਼ੀ ਭਾਂਡੇ ਲੈ ਕੇ ਰੱਖ ਲਏ। ਕਿਸੇ ਨੇ ਵੀ ਇਹ ਨਹੀਂ ਪੁੱਛਿਆ ਕਿ ਭਾਂਡਿਆਂ ਦੇ ਜਵਾਕ ਕਿਵੇਂ ਜੰਮ ਪਏ। ਪਰ ਜਦੋਂ ਮੈਂ ਦੂਸਰੀ ਵਾਰ ਖਾਣਾ ਕੀਤਾ ਤੇ ਭਾਂਡੇ ਤਹਿਖਾਨੇ 'ਚ ਰੱਖੇ, ਕੁਝ ਦਿਨ ਬਾਅਦ ਮੈਂ ਵੇਖਿਆ ਕਿ ਸਾਰੇ ਭਾਂਡੇ ਮਰ ਗਏ ਹਨ। ਮੈਂ ਇਹਨਾਂ ਲੋਕਾਂ ਨੂੰ ਇਹ ਦੱਸਿਆ ਤਾਂ ਇਹ ਮੰਨਣ ਲਈ ਤਿਆਰ ਨਹੀਂ। ਹੁਣ ਇਹ ਪੁੱਛਦੇ ਹਨ ਕਿ ਭਾਂਡੇ ਕਿਵੇਂ ਮਰ ਸਕਦੇ ਹਨ। ਜੇ ਭਾਂਡੇ ਜੰਮ ਸਕਦੇ ਹਨ ਤਾਂ ਮਰ ਵੀ ਤਾਂ ਸਕਦੇ ਹਨ। ਰਾਜਾ ਉਹਦੀ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਤੇ ਸੋਚ ਕੇ ਉਹਨੇ ਫੈਸਲਾ ਸੁਣਾਇਆ। ਫੈਸਲਾ ਪਾਗਲ ਦੇ ਹੱਕ ਵਿੱਚ ਹੈ। ਜੇ ਤੁਸੀਂ ਉਦੋਂ ਇੱਕ ਭਾਂਡੇ ਬਦਲੇ 2 ਭਾਂਡੇ ਲੈ ਕੇ ਰੱਖ ਲਏ ਤਾਂ ਹੁਣ ਗੁਆਚਣ ਤੇ ਚਿੰਤਾ ਨਾ ਕਰੋ। ਇਹ ਆਦਮੀ ਜਿਸ ਨੂੰ ਤੁਸੀਂ ਸਭ ਤੋਂ ਪਾਗਲ ਮੰਨਦੇ ਹੋ, ਇਹ ਤੁਹਾਡੇ ਸਭ ਤੋਂ ਅਕਲਮੰਦ ਹੈ। ਰਾਜੇ ਦਾ ਫੈਸਲਾ ਸੁਣ ਕੇ ਸਾਰੇ ਸਿਰ ਝੁਕਾਈ ਪਿੰਡ ਮੁੜ ਆਏ। ਮੁੜ ਕੇ ਕਿਸੇ ਦੀ ਹਿੰਮਤ ਨਾ ਪਈ ਕਿ ਉਹ ਛਲੀਏ ਨੂੰ ਪਾਗਲ ਕਹਿ ਸਕਣ। ਹੁਣ ਸਾਰੇ ਉਹਨੂੰ ਉਹਦੇ ਅਸਲੀ ਨਾਂ ਨਾਲ ਬੁਲਾਉਣ ਲੱਗੇ। ਧੰਨਵਾਦ। ਹਰਿਆਣਾ ਦੀ ਲੋਕ ਕਥਾ ਹੈ ਘਮੰਡੀ ਸਾਧੂ। ਹਰਿਆਣਾ ਵਿੱਚ ਰੋਹਤਕ ਜ਼ਿਲ੍ਹੇ ਦਾ ਇੱਕ ਪਿੰਡ ਹੈ। ਸੈਂਕੜੇ ਸਾਲ ਪਹਿਲਾਂ ਇਸ ਪਿੰਡ ਦੇ ਲੋਕ ਸ਼ੀਤਲਾ ਮਾਤਾ ਨੂੰ ਬਹੁਤ ਪੂਜਦੇ ਸਨ। ਪਿੰਡ ਦੇ ਬਾਹਰ ਸ਼ੀਤਲਾ ਮਾਤਾ ਦਾ ਮੰਦਿਰ ਸੀ ਤੇ ਮੰਦਿਰ ਦੇ ਐਨ ਸਾਹਮਣੇ ਇੱਕ ਤਲਾਅ ਸੀ। ਲੋਕਾਂ ਦਾ ਵਿਸ਼ਵਾਸ ਸੀ ਕਿ ਦੇਵੀ ਪਿੰਡ ਦੇ ਲੋਕਾਂ ਦੀ ਰੱਖਿਆ ਕਰਦੀ ਹੈ ਤੇ ਇਸ ਪਿੰਡ ਨੂੰ ਭੁੱਖ ਤੇ ਦੁੱਖ ਤੋਂ ਵੀ ਬਚਾਉਂਦੀ ਹੈ। ਆਪਣੇ ਇਸ ਵਿਸ਼ਵਾਸ ਕਾਰਨ ਲੋਕ ਦੇਵੀ ਨੂੰ ਵੱਖੋ ਵੱਖਰੇ ਢੰਗ ਨਾਲ ਸਤਿਕਾਰ ਦਿੰਦੇ। ਕਿਸੇ ਵੀ ਘਰ ਵਿੱਚ ਕੋਈ ਵਿਆਹ ਹੁੰਦਾ ਜਾਂ ਖੁਸ਼ੀ ਦਾ ਕੋਈ ਕੰਮ ਹੁੰਦਾ ਤਾਂ ਸਭ ਤੋਂ ਪਹਿਲਾਂ ਖਾਣਾ ਬਣਾ ਕੇ ਦੇਵੀ ਦੇ ਚਰਨਾਂ 'ਚ ਅਰਪਿਤ ਕੀਤਾ ਜਾਂਦਾ ਤੇ ਕੰਮ ਦੇ ਖੁਸ਼ੀ-ਖੁਸ਼ੀ ਸਿਰੇ ਚੜ੍ਹ ਜਾਣ ਲਈ ਅਰਦਾਸ ਕੀਤੀ ਜਾਂਦੀ। ਕਿਸੇ ਦੇ ਘਰ ਬੱਚਾ ਜੰਮਦਾ ਤਾਂ ਉਹਨੂੰ ਸਭ ਤੋਂ ਪਹਿਲਾਂ ਦੇਵੀ ਦੇ ਚਰਨਾਂ ਤੇ ਮੱਥਾ ਟਿਕਾਉਣ ਲਈ ਮੰਦਿਰ ਲਿਆਇਆ ਜਾਂਦਾ ਤੇ ਪਵਿੱਤਰ ਤਲਾਅ ਵਿੱਚ ਉਸ ਨੂੰ ਇਸ਼ਨਾਨ ਕਰਵਾਇਆ ਜਾਂਦਾ। ਨਵੇਂ ਵਿਆਹੇ ਜੋੜੇ ਵੀ ਸਭ ਤੋਂ ਪਹਿਲਾਂ ਮੰਦਿਰ ਵਿੱਚ ਜਾ ਕੇ ਦੇਵੀ ਨੂੰ ਮੱਥਾ ਟੇਕਦੇ। ਹੌਲੀ-ਹੌਲੀ ਇਹ ਗੱਲ ਪ੍ਰਚਲਿਤ ਹੋ ਗਈ ਕਿ ਸ਼ੀਤਲਾ ਮਾਤਾ ਦੇ ਤਲਾਅ ਵਿੱਚ ਨਹਾਉਣ ਨਾਲ ਦੁੱਖ ਦੂਰ ਹੋ ਜਾਂਦੇ ਨੇ। ਖਾਸ ਕਰਕੇ ਉਸ ਪਾਣੀ ਵਿੱਚ ਅਜਿਹੀ ਸ਼ਕਤੀ ਹੈ ਜਿਸ ਨਾਲ ਚਮੜੀ ਦੀਆਂ ਬਿਮਾਰੀਆਂ ਦੇਖਦੇ ਹੀ ਖਤਮ ਹੋ ਜਾਂਦੀਆਂ ਹਨ। ਇਸ ਨਾਲ ਤਲਾਅ ਤੇ ਦੇਵੀ ਦੀ ਸੋਭਾ ਦੂਜੇ ਪਿੰਡਾਂ ਤੱਕ ਵੀ ਪਹੁੰਚ ਗਈ ਤੇ ਲੋਕ ਦੂਰੋਂ ਦੂਰੋਂ ਦੇਵੀ ਦੇ ਦਰਸ਼ਨ ਕਰਨ ਤੇ ਪਵਿੱਤਰ ਤਲਾਅ ਵਿੱਚ ਇਸ਼ਨਾਨ ਕਰਨ ਲਈ ਆਉਣ ਲੱਗੇ। ਇੱਕ ਵਾਰ ਇੰਨਾ ਮੀਂਹ ਪਿਆ ਕਿ ਸਾਰੇ ਨਦੀਆਂ ਤਲਾਅ ਪਾਣੀ ਨਾਲ ਭਰ ਗਏ ਤੇ ਕਈ ਪਿੰਡਾਂ 'ਚ ਹੜ੍ਹ ਆ ਗਿਆ। ਉਸ ਪਿੰਡ ਵਿੱਚ ਵੀ ਪਾਣੀ ਘਰਾਂ 'ਚ ਵੜ ਆਇਆ। ਲੋਕਾਂ ਨੇ ਆਪਣਾ ਸਮਾਨ ਛੱਤਾਂ ਤੇ ਚੜ੍ਹਾ ਲਿਆ ਤੇ ਪਾਣੀ ਦੇ ਉਤਰਨ ਦੀ ਉਡੀਕ ਕਰਨ ਲੱਗੇ। ਪਰ 2-3 ਦਿਨ ਜਦੋਂ ਪਾਣੀ ਨਾ ਉਤਰਿਆ ਤਾਂ ਕੁਝ ਲੋਕ ਪਿੰਡ ਛੱਡ ਕੇ ਉੱਚੀਆਂ ਥਾਵਾਂ ਤੇ ਜਾਣ ਲੱਗੇ। ਦੇਵੀ ਦਾ ਮੰਦਿਰ ਇੱਕ ਉੱਚੇ ਟਿੱਲੇ ਤੇ ਸੀ। ਕੁਝ ਲੋਕ ਮੰਦਿਰ ਦੇ ਸਾਹਮਣੇ ਬੈਠੇ ਸਨ। ਪਸ਼ੂਆਂ ਦਾ ਇੱਕ ਵਪਾਰੀ ਸੁਖੀ ਰਾਮ ਇੱਕ ਗਾਂ ਲਈ ਆਪਣੇ ਪਿੰਡ ਮੁੜ ਰਿਹਾ ਸੀ ਕਿ ਰਾਹ ਵਿੱਚ ਹੀ ਹੜ੍ਹ ਆ ਜਾਣ ਕਾਰਨ ਉਹ ਵੀ ਦੇਵੀ ਦੇ ਮੰਦਿਰ ਦੇ ਸਾਹਮਣੇ ਹੀ ਹੜ੍ਹ ਉਤਰਨ ਦੀ ਉਡੀਕ ਕਰ ਰਿਹਾ ਸੀ। ਇੱਕ ਰਾਤ ਉਹ ਸੁੱਤਾ ਪਿਆ ਸੀ ਕਿ ਦੇਵੀ ਉਹਦੇ ਸੁਪਨੇ 'ਚ ਪ੍ਰਗਟ ਹੋਈ ਤੇ ਉਹਨੂੰ ਕਹਿਣ ਲੱਗੀ, ਸੁਖੀ ਰਾਮ, ਇਹਨਾਂ ਪਿੰਡ ਦੇ ਲੋਕਾਂ ਨੂੰ ਕਹਿ ਕਿ ਇਹ ਪਿੰਡ ਛੱਡ ਕੇ ਨਾ ਜਾਣ। ਇਹ ਬੀਜ ਮੰਦਿਰ ਦੇ ਸਾਹਮਣੇ ਬੀਜ ਦੇਈਂ। ਪਿੰਡ ਦਾ ਸਾਰਾ ਪਾਣੀ ਇਹ ਬੀਜ 3-4 ਦਿਨ 'ਚ ਹੀ ਚੂਸ ਲਏਗਾ। ਸੁਖੀ ਰਾਮ ਹੈਰਾਨ ਹੋਇਆ, ਉੱਠ ਖਲੋਤਾ। ਦੇਵੀ ਦਾ ਸੁਪਨਾ ਉਹਨੂੰ ਅਜੇ ਵੀ ਚੇਤੇ ਸੀ, ਪਰ ਬੀਜ ਕਿੱਥੇ ਸੀ? ਉਹ ਹੈਰਾਨ ਹੋਇਆ ਸੋਚ ਹੀ ਰਿਹਾ ਸੀ ਕਿ ਉਹਦੀ ਨਿਗਾਹ ਆਪਣੀ ਗਾਂ ਵੱਲ ਗਈ। ਗਾਂ ਦੇ ਕੋਲ ਬਿਲਕੁਲ ਉਹੋ ਜਿਹਾ ਹੀ ਬੀਜ ਪਿਆ ਸੀ ਜਿਹੋ ਜਿਹਾ ਦੇਵੀ ਮਾਂ ਦੇ ਹੱਥਾਂ ਵਿੱਚ ਉਹਨੇ ਸੁਪਨੇ 'ਚ ਵੇਖਿਆ ਸੀ। ਉਹਨੇ ਬੀਜ ਚੁੱਕਿਆ ਤੇ ਲੋਕਾਂ ਨੂੰ ਦੇਵੀ ਮਾਂ ਦਾ ਸੁਨੇਹਾ ਦੇ ਦਿੱਤਾ। ਲੋਕਾਂ ਨੇ ਸੋਚਿਆ ਕਿ ਸ਼ਾਇਦ ਇਹ ਗੱਲ ਸੱਚ ਹੋ ਜਾਏ। ਉਹਨਾਂ ਨੇ 3-4 ਦਿਨ ਹੋਰ ਰੁਕਣ ਦਾ ਫੈਸਲਾ ਕਰ ਲਿਆ। ਬੀਜ ਮੰਦਿਰ ਦੇ ਸਾਹਮਣੇ ਬੀਜ ਦਿੱਤਾ। 2-3 ਦਿਨਾਂ ਵਿੱਚ ਹੀ ਬੀਜ ਫੁੱਟ ਪਿਆ ਤੇ ਪਾਣੀ ਦਾ ਪੱਧਰ ਵੀ ਘਟਣਾ ਸ਼ੁਰੂ ਹੋ ਗਿਆ।
6-7 ਦਿਨਾਂ ਬਾਅਦ ਪਾਣੀ ਸੁੱਕ ਗਿਆ ਤਾਂ ਲੋਕਾਂ ਨੇ ਫਿਰ ਆਪਣੇ ਘਰਾਂ ਨੂੰ ਸੰਵਾਰਨਾ ਸ਼ੁਰੂ ਕੀਤਾ ਤੇ ਨਵੇਂ ਸਿਰਿਓਂ ਜ਼ਿੰਦਗੀ ਨੂੰ ਤੋਰਨ ਦੇ ਉਪਰਾਲੇ ਵਿੱਚ ਰੁੱਝ ਗਏ। ਸੁਖੀ ਰਾਮ ਦੇਵੀ ਦਾ ਐਡਾ ਪ੍ਰਸ਼ੰਸਕ ਬਣ ਗਿਆ ਕਿ ਉਹ ਆਪਣਾ ਘਰ-ਬਾਰ ਛੱਡ ਕੇ ਦੇਵੀ ਦੇ ਮੰਦਿਰ ਦਾ ਹੀ ਪੁਜਾਰੀ ਬਣ ਕੇ ਉੱਥੇ ਹੀ ਰਹਿਣ ਲੱਗਾ। ਲੋਕਾਂ ਨੇ ਨਵੇਂ ਸਿਰਿਓਂ ਖੇਤੀ ਸ਼ੁਰੂ ਕੀਤੀ। ਧਰਤੀ ਪਾਣੀ ਨਾਲ ਭਰੀ ਪਈ ਸੀ, ਜਿਸ ਦੇ ਨਤੀਜੇ ਵਜੋਂ ਪੂਰੀ ਫਸਲ ਹੋਈ ਤੇ ਲੋਕੀ ਪਹਿਲਾਂ ਨਾਲੋਂ ਕਿਤੇ ਵੱਧ ਖੁਸ਼ਹਾਲ ਹੋ ਗਏ। ਉਹਨਾਂ ਹੀ ਦਿਨਾਂ ਵਿੱਚ ਪਿੰਡ ਵਿੱਚ ਇੱਕ ਹੋਰ ਸਾਧੂ ਆਇਆ, ਜਿਸ ਦੇ ਲੰਮੀਆਂ ਜਟਾਵਾਂ ਰੱਖੀਆਂ ਸਨ ਤੇ ਉਹ ਜਾਦੂ ਮੰਤਰ ਦਾ ਵੀ ਮਾਹਿਰ ਸੀ। ਉਹ ਆਪਣਾ ਸਰੀਰ ਬਦਲ ਸਕਦਾ ਸੀ। ਉਹ ਕਦੇ ਸੱਪ ਬਣ ਜਾਂਦਾ, ਕਦੇ ਸ਼ੇਰ ਬਣ ਕੇ ਰਾਤ ਨੂੰ ਰਾਹ ਤੁਰੇ ਜਾਂਦੇ ਲੋਕਾਂ ਨੂੰ ਡਰਾ ਦਿੰਦਾ। ਲੋਕ ਉਸ ਤੋਂ ਭੈ ਖਾਣ ਲੱਗੇ ਤੇ ਰਾਤ ਬਰਾਤੇ ਕਿਤੇ ਆਉਣ ਜਾਣ ਤੋਂ ਵੀ ਸੰਕੋਚ ਕਰਨ ਲੱਗੇ। ਉਹਨੇ ਪਿੰਡ ਦੇ ਲੋਕਾਂ ਨੂੰ ਆਪਣੇ ਵਾਸਤੇ ਇੱਕ ਡੇਰਾ ਬਣਾਉਣ ਵਾਸਤੇ ਕਿਹਾ। ਲੋਕਾਂ ਨੇ ਡਰਦੇ ਮਾਰੇ ਡੇਰੇ ਲਈ ਇੱਟਾਂ ਮਿੱਟੀ ਦਾ ਪ੍ਰਬੰਧ ਕਰ ਦਿੱਤਾ। ਕੁਝ ਲੋਕਾਂ ਨੇ ਡੇਰਾ ਬਣਾਉਣਾ ਸ਼ੁਰੂ ਕਰ ਦਿੱਤਾ। ਕੰਧਾਂ ਖੜੀਆਂ ਹੋ ਗਈਆਂ। ਛੱਤ ਲਈ ਲੱਕੜ ਦੀ ਲੋੜ ਸੀ। ਸਾਧੂ ਨੇ ਲੋਕਾਂ ਨੂੰ ਮੰਦਿਰ ਦੇ ਸਾਹਮਣੇ ਉੱਗਿਆ ਦਰਖਤ ਪੱਟ ਕੇ ਲਿਆਉਣ ਲਈ ਕਿਹਾ, ਪਰ ਲੋਕ ਇਸ ਗੱਲ ਲਈ ਰਜਾਮੰਦ ਨਾ ਹੋਏ ਤੇ ਬੇਨਤੀ ਕਰਨ ਲੱਗੇ, ਮਹਾਰਾਜ, ਇਹ ਦਰਖਤ ਦੇਵੀ ਦੀ ਕਿਰਪਾ ਨਾਲ ਉੱਗਿਆ ਹੈ। ਇਹ ਦਰਖਤ ਨੂੰ ਪੱਟਣ ਨਾਲ ਦੇਵੀ ਸਾਰੇ ਪਿੰਡ ਨੂੰ ਸਰਾਪ ਦੇ ਦੇਗੀ। ਸਾਧੂ ਇਹ ਸੁਣਦੇ ਹੀ ਅੱਗ ਬਬੂਲਾ ਹੋ ਗਿਆ। ਕਿਹੜੀ ਦੇਵੀ? ਪੱਥਰ ਦੀ ਮੂਰਤੀ ਦੀ ਕੀ ਹਿੰਮਤ ਕਿ ਮੇਰੇ ਸਾਹਮਣੇ ਸਰਾਪ ਦੇਵੇ? ਮੈਂ ਆਪ ਜਾਵਾਂਗਾ। ਸਾਧੂ ਆਪ ਹੀ ਕੁਹਾੜੀ ਚੁੱਕ ਕੇ ਦੇਵੀ ਦੇ ਮੰਦਿਰ ਸਾਹਮਣੇ ਦਰਖਤ ਕੱਟਣ ਲਈ ਜਾ ਖੜਾ ਹੋਇਆ। ਪਿੰਡ ਦੇ ਲੋਕ ਵੀ ਉਸ ਦੇ ਨਾਲ ਸਨ। ਦਰਖਤ ਕੋਲ ਜਾ ਕੇ ਉਹਨੇ ਕੁਹਾੜੀ ਦਾ ਪਹਿਲਾ ਵਾਰ ਕੀਤਾ ਹੀ ਸੀ ਕਿ ਦਰਖਤ ਦੀਆਂ ਜੜ੍ਹਾਂ ਵਿੱਚੋਂ ਇੱਕ ਸੱਪ ਤੇ ਕੱਛੂ ਕੁੰਮਾ ਨਿਕਲੇ। ਸੱਪ ਨੂੰ ਘਮੰਡੀ ਸਾਧੂ ਨੇ ਆਪਣੇ ਵੱਸ 'ਚ ਕਰ ਲਿਆ, ਪਰ ਕੱਛੂ ਕੁੰਮੇ ਨੇ ਸਾਧੂ ਦੇ ਪੈਰ ਤੇ ਵੱਢ ਲਿਆ। ਸਾਧੂ ਡਿੱਗ ਪਿਆ ਤੇ ਤੜਫਣ ਲੱਗਿਆ। ਕੁਝ ਹੀ ਚਿਰ ਬਾਅਦ ਉਹਦੀ ਮੌਤ ਹੋ ਗਈ। ਸੁਖੀ ਰਾਮ ਤੇ ਸਾਰੇ ਲੋਕਾਂ ਨੇ ਦੇਵੀ ਨੂੰ ਹੱਥ ਜੋੜ ਕੇ ਪ੍ਰਾਰਥਨਾ ਕੀਤੀ। ਸੁਖੀ ਰਾਮ ਦੇ ਸੁਪਨੇ 'ਚ ਰਾਤ ਨੂੰ ਫਿਰ ਦੇਵੀ ਪ੍ਰਗਟ ਹੋ ਕੇ ਬੋਲੀ, ਸਾਧੂ ਦਾ ਸੰਸਕਾਰ ਕਰ ਦਿਓ, ਡੇਰੇ ਦੀ ਛੱਤ ਅਧੂਰੀ ਰਹਿਣ ਦਿਓ ਤਾਂ ਕਿ ਆਉਂਦੇ ਸਮੇਂ ਵਿੱਚ ਵੀ ਲੋਕਾਂ ਨੂੰ ਪਤਾ ਲੱਗਦਾ ਰਹੇ ਕਿ ਘਮੰਡ ਕਦੇ ਵੀ ਫਲਦਾ ਨਹੀਂ। ਸੈਂਕੜੇ ਸਾਲ ਮਗਰੋਂ ਅੱਜ ਵੀ ਦੇਵੀ ਦੇ ਮੰਦਿਰ ਕੋਲੇ ਅਧੂਰਾ ਡੇਰਾ ਹੈ, ਜਿਹਦੀਆਂ ਕੰਧਾਂ ਅਜੇ ਵੀ ਛੱਤ ਤੋਂ ਬਿਨਾਂ ਖੜੀਆਂ ਉਸ ਸਾਧੂ ਦੇ ਘਮੰਡ ਦਾ ਨਤੀਜਾ ਭੁਗਤ ਰਹੀਆਂ ਹਨ। ਧੰਨਵਾਦ। ਇਸ ਪੁਸਤਕ ਦੀ ਅਖੀਰਲੀ ਕਹਾਣੀ ਕਸ਼ਮੀਰ ਦੀ ਕਹਾਣੀ ਹੈ ਨਾਗਰਾਜ। ਇੱਕ ਬਹੁਤ ਹੀ ਸੰਘਣੇ ਜੰਗਲ 'ਚ ਇੱਕ ਬਹੁਤ ਹੀ ਖੂਬਸੂਰਤ ਨਦੀ ਵਗਦੀ ਸੀ, ਜਿਸ ਦਾ ਪਾਣੀ ਸ਼ੀਸ਼ੇ ਵਰਗਾ ਸਾਫ਼ ਸੀ। ਨਦੀ ਬਹੁਤ ਡੂੰਘੀ ਸੀ ਕਿ ਉਹਦਾ ਇੱਕ ਰਸਤਾ ਪਤਾਲ ਲੋਕ ਵਿੱਚ ਜਾ ਨਿਕਲਦਾ ਸੀ, ਜਿੱਥੇ ਨਾਗ ਰਹਿੰਦੇ ਸਨ। ਨਾਗ ਅਜਿਹੇ ਸੱਪ ਨੂੰ ਕਿਹਾ ਜਾਂਦਾ ਹੈ ਜਿਸ ਕੋਲ ਦੈਵੀ ਸ਼ਕਤੀ ਹੋਵੇ। ਨਾਗ ਲੋਕ ਵਿੱਚ ਇਹ ਰਹਿਣ ਵਾਲੇ ਨਾਗ ਵੀ ਅਕਸਰ ਆਪਣਾ ਰੂਪ ਬਦਲਦੇ ਤੇ ਨਦੀ ਰਾਹੀਂ ਉੱਪਰ ਧਰਤੀ ਤੇ ਆ ਕੇ ਤੁਰਦੇ ਫਿਰਦੇ ਰਹਿੰਦੇ ਤੇ ਜਦੋਂ ਜੀ ਕਰਦਾ ਫਿਰ ਨਦੀ ਰਾਹੀਂ ਹੀ ਆਪਣੀ ਦੁਨੀਆ ਵਿੱਚ ਚਲੇ ਜਾਂਦੇ। ਇਸ ਨਾਗ ਲੋਕ ਦਾ ਇੱਕ ਰਾਜਾ ਸੀ ਜਿਸ ਨੂੰ ਨਾਗਰਾਜ ਕਿਹਾ ਜਾਂਦਾ ਸੀ। ਨਾਗਰਾਜ ਦੇ ਕਈ ਬੱਚੇ ਸਨ, ਪਰ ਉਸ ਦਾ ਵੱਡਾ ਨਾਗ ਰਾਜਕੁਮਾਰ ਬਹੁਤ ਸਮਝਦਾਰ ਤੇ ਬੁੱਧੀਮਾਨ ਸੀ। ਉਹ ਵੀ ਅਕਸਰ ਦੂਸਰੇ ਨਾਗਾਂ ਨਾਲ ਰੂਪ ਬਦਲ ਕੇ ਧਰਤੀ ਆਉਂਦਾ, ਨੱਚਦਾ ਟੱਪਦਾ ਤੇ ਫਿਰ ਵਾਪਸ ਚਲਾ ਜਾਂਦਾ। ਪਰ ਇਹਨਾਂ ਦਾ ਇਹ ਰੂਪ ਬਦਲਣਾ ਤੇ ਨਾਚ ਗਾਣਾ ਰਾਤ ਦੇ ਪਰਦੇ 'ਚ ਹੀ ਹੁੰਦਾ। ਦਿਨ ਚੜ੍ਹਦੇ ਨਾਗ ਮਨੁੱਖ ਦੀਆਂ ਨਜ਼ਰਾਂ ਵਿੱਚ ਆਉਣੋਂ ਸੰਕੋਚ ਕਰਦੇ ਸਨ। ਵੱਡਾ ਰਾਜਕੁਮਾਰ ਭਾਵੇਂ ਅਕਸਰ ਧਰਤੀ ਤੇ ਆਉਂਦਾ ਜਾਂਦਾ ਸੀ, ਪਰ ਉਸਦੀ ਇਸ ਮਾਨਵ ਸੰਸਾਰ ਨੂੰ ਵੇਖਣ ਦੀ ਬੜੀ ਜਗਿਆਸਾ ਸੀ। ਉਹ ਅਸਲੀ ਮਨੁੱਖਾਂ ਨੂੰ ਮਿਲ ਕੇ ਵੇਖਣਾ ਚਾਹੁੰਦਾ ਸੀ। ਇੱਕ ਦਿਨ ਰਾਤ ਨੂੰ ਜਦੋਂ ਸਾਰੇ ਨਾਗ ਧਰਤੀ ਤੋਂ ਵਾਪਸ ਆਪਣੇ ਲੋਕ 'ਚ ਵਾਪਸ ਚਲੇ ਗਏ ਤਾਂ ਨਾਗ ਰਾਜਕੁਮਾਰ ਉੱਥੇ ਹੀ ਠਹਿਰ ਗਿਆ। ਸਵੇਰ ਹੋਣ ਵਾਲੀ ਸੀ। ਉਹ ਜੰਗਲ 'ਚ ਇੱਧਰ ਉੱਧਰ ਘੁੰਮਦਾ ਰਿਹਾ। ਇਸੇ ਸਮੇਂ ਜੰਗਲ 'ਚ ਇੱਕ ਪਿੱਪਲ ਦੇ ਦਰਖਤ ਥੱਲੇ ਇੱਕ ਪੰਡਤ ਆਸਣ ਲਾਈ ਬੈਠਾ ਪਰਮਾਤਮਾ ਮੂਹਰੇ ਪ੍ਰਾਰਥਨਾ ਕਰ ਰਿਹਾ ਸੀ। ਹੇ ਪਰਮਾਤਮਾ, ਮੈਨੂੰ ਇੱਕ ਪੁੱਤਰ ਦੀ ਦਾਤ ਦੇ ਦੇ। ਰਾਜਕੁਮਾਰ ਉਸੇ ਵੇਲੇ ਸੱਪ ਦੇ ਰੂਪ ਵਿੱਚ ਹੀ ਸੀ। ਉਹਨੇ ਪੰਡਤ ਦੀ ਆਵਾਜ਼ ਸੁਣੀ ਤੇ ਉਹਦੇ ਸਾਹਮਣੇ ਜਾ ਕੇ ਬੋਲਿਆ, ਮੈਨੂੰ ਆਪਣੇ ਨਾਲ ਲੈ ਚਲੋ, ਮੈਂ ਤੁਹਾਡਾ ਪੁੱਤਰ ਬਣਾਂਗਾ। ਤੂੰ ਮੇਰਾ ਪੁੱਤਰ ਬਣੇਗਾ? ਤੂੰ ਤਾਂ ਸੱਪ ਹੈ।
ਪੰਡਤ ਚੀਕ ਕੇ ਬੋਲਿਆ। ਹਾਂ ਭਾਵੇਂ ਮੈਂ ਸੱਪ ਹਾਂ, ਪਰ ਜੇ ਤੁਸੀਂ ਮੈਨੂੰ ਆਪਣੇ ਘਰ ਲੈ ਚੱਲੋਗੇ ਤਾਂ ਮੈਂ ਇੱਕ ਬੱਚਾ ਬਣ ਜਾਵਾਂਗਾ। ਪੰਡਤ ਨੇ ਕਾਫੀ ਸੋਚ ਸਮਝ ਕੇ ਸੱਪ ਨੂੰ ਆਪਣੇ ਥੈਲੇ 'ਚ ਪਾਇਆ ਤੇ ਘਰ ਲੈ ਆਇਆ। ਘਰ ਪਹੁੰਚ ਕੇ ਉਹਨੇ ਆਪਣੀ ਘਰਵਾਲੀ ਨੂੰ ਹਾਕ ਮਾਰੀ, ਦੇਖ ਭਗਵਾਨ, ਮੈਂ ਤੇਰੇ ਲਈ ਪੁੱਤਰ ਲੈ ਕੇ ਆਇਆ ਹਾਂ। ਉਹਦੀ ਘਰਵਾਲੀ ਭੱਜੀ ਆਈ। ਜਦੋਂ ਉਹ ਕਮਰੇ 'ਚ ਆਈ ਤਾਂ ਸੱਪ ਥੈਲੇ 'ਚੋਂ ਨਿਕਲ ਕੇ ਇੱਕ ਸੁੰਦਰ 9-10 ਸਾਲ ਦਾ ਬਾਲਕ ਬਣ ਗਿਆ ਸੀ। ਪੰਡਤ ਤੇ ਉਹਦੀ ਘਰਵਾਲੀ ਇਸ ਸੁੰਦਰ ਬੱਚੇ ਨੂੰ ਵੇਖ ਕੇ ਖੁਸ਼ ਹੋ ਗਏ। ਉਹਨਾਂ ਨੇ ਉਹਦਾ ਨਾਂ ਨਾਗਰਾਜ ਹੀ ਰੱਖ ਦਿੱਤਾ ਤੇ ਸਾਵਧਾਨੀ ਨਾਲ ਉਹਦਾ ਪਾਲਣ ਪੋਸ਼ਣ ਕਰਨ ਲੱਗੇ। ਕੁਝ ਸਾਲਾਂ ਬਾਅਦ ਹੀ ਨਾਗਰਾਜ ਇੱਕ ਸੋਹਣਾ ਸੁਨੱਖਾ ਨੌਜਵਾਨ ਬਣ ਗਿਆ। ਇੱਕ ਦਿਨ ਉਹਨੇ ਆਪਣੇ ਪਿਤਾ ਤੋਂ ਪੁੱਛਿਆ, ਪਿਤਾ ਜੀ, ਇੱਥੇ ਕੋਈ ਤਲਾਅ ਹੈ ਜਿੱਥੇ ਮੈਂ ਤੈਰਨ ਲਈ ਜਾ ਸਕਾਂ? ਹਾਂ, ਤਲਾਅ ਤਾਂ ਹੈ, ਪਰ ਉਹਦੇ ਚਾਰੇ ਪਾਸੇ ਕੰਧਾਂ ਹਨ, ਕਿਉਂਕਿ ਉੱਥੇ ਰਾਜਕੁਮਾਰੀ ਇਸ਼ਨਾਨ ਕਰਦੀ ਹੈ। ਦਰਵਾਜ਼ੇ ਉੱਤੇ ਖੜੇ ਚੌਕੀਦਾਰ ਤੈਨੂੰ ਅੰਦਰ ਨਹੀਂ ਜਾਣ ਦੇਣਗੇ। ਉਹ ਮੈਂ ਕਰ ਲਵਾਂਗਾ, ਤੁਸੀਂ ਮੈਨੂੰ ਇੱਕ ਵਾਰ ਤਲਾਅ ਦੱਸ ਦਿਓ। ਪੰਡਤ ਨੇ ਨਾਗਰਾਜ ਨੂੰ ਜਾ ਕੇ ਉਹ ਤਲਾਅ ਵਿਖਾ ਦਿੱਤਾ। ਕੰਧਾਂ ਬਹੁਤ ਉੱਚੀਆਂ ਸਨ, ਸਿਰਫ ਇੱਕ ਛੋਟੀ ਜਿਹੀ ਮੋਰੀ ਸੀ ਜਿਸ ਚੋਂ ਤਲਾਅ ਦਾ ਪਾਣੀ ਬਾਹਰ ਕੱਢਿਆ ਜਾਂਦਾ ਸੀ। ਨਾਗਰਾਜ ਨੇ ਰੂਪ ਬਦਲਿਆ ਤੇ ਸੱਪ ਬਣ ਕੇ ਅੰਦਰ ਗਿਆ ਤੇ ਫਿਰ ਮਾਨਵ ਰੂਪ ਧਾਰ ਕੇ ਮਜ਼ੇ ਨਾਲ ਨਹਾਉਣ ਲੱਗਿਆ। ਉਹ ਅਜੇ ਨਹਾਉਣ ਦਾ ਆਨੰਦ ਲੈ ਰਿਹਾ ਸੀ ਕਿ ਅਚਾਨਕ ਰਾਜਕੁਮਾਰੀ ਤਲਾਅ ਕੋਲ ਆਈ ਤੇ ਉਹਨੇ ਨਾਗਰਾਜ ਨੂੰ ਵੇਖ ਲਿਆ। ਪਰ ਜਿਉਂ ਹੀ ਨਾਗਰਾਜ ਦੀ ਨਿਗਾਹ ਰਾਜਕੁਮਾਰੀ ਤੇ ਪਈ ਤਾਂ ਉਹ ਫਟਾਫਟ ਤਲਾਅ ਚੋਂ ਨਿਕਲ ਕੇ ਭੱਜਿਆ। ਮੋਰੀ ਕੋਲ ਜਾ ਕੇ ਸੱਪ ਬਣਿਆ ਤੇ ਆਪਣੇ ਘਰ ਚਲਾ ਗਿਆ। ਰਾਜਕੁਮਾਰੀ ਨੇ ਆਪਣੇ ਸਿਪਾਹੀਆਂ ਤੋਂ ਬੜੀ ਖੋਜ ਕਰਵਾਈ, ਪਰ ਨਾਗਰਾਜ ਦਾ ਕੋਈ ਥਹੁ ਪਤਾ ਨਾ ਲੱਗਿਆ। ਆਖਿਰ ਉਸਨੇ ਆਪਣੇ ਸਿਪਾਹੀਆਂ ਨੂੰ ਨਵ ਯੁਵਕ ਦੇ ਰੰਗ ਰੂਪ ਬਾਰੇ ਦੱਸ ਕੇ ਉਹਨਾਂ ਨੂੰ ਸ਼ਹਿਰ ਵਿੱਚੋਂ ਭਾਲਣ ਲਈ ਭੇਜਿਆ। ਦੱਸੇ ਹੋਏ ਹੁਲੀਏ ਦੇ ਆਧਾਰ ਤੇ ਸਿਪਾਹੀਆਂ ਨੇ ਆ ਕੇ ਦੱਸਿਆ ਕਿ ਅਜਿਹਾ ਨੌਜਵਾਨ ਇੱਕ ਪੰਡਤ ਦਾ ਬੇਟਾ ਹੈ। ਰਾਜਕੁਮਾਰੀ ਆਪਣੇ ਸਿਪਾਹੀਆਂ ਨੂੰ ਲੈ ਕੇ ਗਈ ਤੇ ਪੰਡਤ ਦੇ ਘਰ ਜਾ ਕੇ ਜਦੋਂ ਉਸਨੇ ਉਸੇ ਨੌਜਵਾਨ ਨੂੰ ਲੱਭ ਲਿਆ ਤਾਂ ਉਹਦੀ ਖੁਸ਼ੀ ਦਾ ਅੰਤ ਨਾ ਰਿਹਾ। ਉਸਨੇ ਫੌਰਨ ਆਪਣੇ ਪਿਤਾ ਨੂੰ ਜਾ ਕੇ ਦੱਸ ਦਿੱਤਾ ਕਿ ਉਹ ਉਸ ਨੌਜਵਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਭਾਵੇਂ ਰਾਜਾ ਆਪਣੀ ਬੇਟੀ ਦਾ ਵਿਆਹ ਕਿਸੇ ਰਾਜਕੁਮਾਰ ਨਾਲ ਹੀ ਕਰਨਾ ਚਾਹੁੰਦਾ ਸੀ, ਪਰ ਇੱਕੋ ਇੱਕ ਬੇਟੀ ਦੀ ਜ਼ਿੱਦ ਤੇ ਉਹਨੂੰ ਝੁਕਣਾ ਹੀ ਪਿਆ ਤੇ ਉਹਨੇ ਪੰਡਤ ਨੂੰ ਵਿਆਹ ਦਾ ਪ੍ਰਸਤਾਵ ਘੱਲ ਦਿੱਤਾ। ਪੰਡਤ ਤੇ ਉਹਦੀ ਘਰਵਾਲੀ ਅਜਿਹੇ ਪੁੱਤਰ ਨੂੰ ਪਾ ਬਹੁਤ ਹੀ ਖੁਸ਼ ਸਨ, ਜਿਸ ਕਾਰਨ ਉਹਨਾਂ ਦਾ ਸਬੰਧ ਰਾਜ ਮਹਿਲਾਂ ਨਾਲ ਜੁੜ ਰਿਹਾ ਸੀ। ਪੰਡਤ ਤੇ ਉਹਦੀ ਘਰਵਾਲੀ ਖੁਸ਼ ਤਾਂ ਸਨ, ਪਰ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਇੰਨੀ ਬਰਾਤ, ਵਿਆਹ ਲਈ ਪੈਸੇ ਆਦਿ ਦਾ ਪ੍ਰਬੰਧ ਉਹ ਕਿਵੇਂ ਕਰਨ। ਉਹਨਾਂ ਨੇ ਨਾਗਰਾਜ ਨੂੰ ਆਪਣੀ ਇਹ ਸਮੱਸਿਆ ਦੱਸੀ ਤਾਂ ਨਾਗਰਾਜ ਬੋਲਿਆ, ਇਹਦੀ ਤੁਸੀਂ ਫਿਕਰ ਨਾ ਕਰੋ, ਇੰਜ ਕਰੋ, ਮੇਰੀ ਮੁੰਦਰੀ ਲੈ ਜਾਓ ਤੇ ਇਸ ਨੂੰ ਉਸੇ ਨਦੀ 'ਚ ਸੁੱਟਣਾ। ਬਾਹਰ ਇੱਕ ਸਿਪਾਹੀ ਆਏਗਾ, ਤੁਸੀਂ ਉਹਨੂੰ ਕਹਿਣਾ ਕਿ ਮੈਨੂੰ ਉਹ ਸਾਰਾ ਸਮਾਨ ਚਾਹੀਦਾ ਜਿਹੜਾ ਵਿਆਹ ਵੇਲੇ ਚਾਹੀਦਾ ਹੁੰਦਾ ਹੈ। ਪੰਡਤ ਮੁੰਦਰੀ ਲੈ ਕੇ ਨਦੀ ਕਿਨਾਰੇ ਪਹੁੰਚਿਆ ਤੇ ਉਹਨੇ ਮੁੰਦਰੀ ਨਦੀ 'ਚ ਸੁੱਟ ਦਿੱਤੀ। ਇੱਕ ਸਿਪਾਹੀ ਉੱਤੇ ਆਇਆ ਤਾਂ ਪੰਡਤ ਬੋਲਿਆ, ਮੇਰੇ ਬੇਟੇ ਦਾ ਵਿਆਹ ਰਾਜਕੁਮਾਰੀ ਨਾਲ ਹੋ ਰਿਹਾ ਹੈ, ਮੈਨੂੰ ਉਹ ਸਾਰਾ ਸਮਾਨ ਚਾਹੀਦਾ ਜਿਹੜਾ ਵਿਆਹ ਸਮੇਂ ਚਾਹੀਦਾ ਹੈ। ਪੰਡਤ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਉਦੋਂ ਹੀ ਇੱਕ ਬਰਾਤ ਸਿਪਾਹੀਆਂ, ਦਰਬਾਰੀਆਂ ਤੇ ਵਾਜੇ ਗਾਜੇ ਨਾਲ ਆ ਪਹੁੰਚੀ। ਨੌਕਰਾਂ ਦੇ ਸਿਰ ਤੇ ਗਹਿਣਿਆਂ ਦੇ ਸੰਦੂਕ ਚੁੱਕੇ ਸਨ, ਇੱਕ ਚਿੱਟਾ ਘੋੜਾ ਤੇ ਪਾਲਕੀ ਵੀ ਸੀ। ਅਗਲੇ ਦਿਨ ਨਾਗਰਾਜ ਬਿਲਕੁਲ ਰਾਜਕੁਮਾਰ ਵਾਂਗੂ ਰਾਜਕੁਮਾਰੀ ਨੂੰ ਵਿਆਹੁਣ ਲਈ ਜਾ ਪਹੁੰਚਿਆ ਤੇ ਐਨ ਧੂਮ-ਧਾਮ ਨਾਲ ਰਾਜਕੁਮਾਰ ਤੇ ਰਾਜਕੁਮਾਰੀ ਦਾ ਵਿਆਹ ਹੋ ਗਿਆ। ਨਾਗਰਾਜ ਤੇ ਰਾਜਕੁਮਾਰੀ ਬੜੇ ਸੁੱਖ ਨਾਲ ਮਹਿਲਾਂ 'ਚ ਰਹਿਣ ਲੱਗੇ। ਪਰ ਜਦੋਂ ਨਾਗਲੋਕ 'ਚ ਇਸ ਗੱਲ ਦੀ ਖਬਰ ਪਹੁੰਚੀ ਤਾਂ ਸਾਰੇ ਬਹੁਤ ਹੀ ਦੁਖੀ ਹੋਏ। ਹੁਣ ਉਹ ਨਾਗਰਾਜ ਨੂੰ ਵਾਪਸ ਲਿਆਉਣ ਦੀ ਸਕੀਮ ਘੜਨ ਲੱਗੇ। ਉਹਨਾਂ ਦਾ ਵਿਚਾਰ ਸੀ ਕਿ ਜੇ ਇੱਕ ਵਾਰ ਕਿਸੇ ਤਰ੍ਹਾਂ ਨਾਗਰਾਜ ਨੂੰ ਨਦੀ 'ਚ ਲੈ ਆਂਦਾ ਜਾਏ ਤਾਂ ਉਹ ਉਸ ਨੂੰ ਜ਼ਬਰਦਸਤੀ ਘੜੀਸ ਕੇ ਇਸ ਲੋਕ 'ਚ ਵਾਪਸ ਲੈ ਆਉਣਗੇ। ਇਹ ਸਕੀਮ ਸੁਣ ਕੇ ਇੱਕ ਬਿਰਧ ਨਾਗ ਬੋਲਿਆ, ਮੈਂ ਇਹ ਕੰਮ ਕਰ ਸਕਦਾ ਹਾਂ, ਮੈਂ ਨਾਗਰਾਜ ਨੂੰ ਇੱਕ ਵਾਰ ਨਦੀ 'ਚ ਲੈ ਆਵਾਂਗਾ, ਬਾਕੀ ਕੰਮ ਤੁਸੀਂ ਕਰਨਾ। ਇਹ ਕਹਿ ਕੇ ਉਹਨੇ ਇੱਕ ਵਣਜਾਰੇ ਦਾ ਭੇਸ ਬਦਲਿਆ ਤੇ ਮਹਿਲਾਂ 'ਚ ਜਾ ਪਹੁੰਚਿਆ। ਉੱਥੇ ਜਾ ਕੇ ਉਹਨੇ ਰਾਜਕੁਮਾਰੀ ਨੂੰ ਕੁਝ ਕੜਿਆਂ ਦੀਆਂ ਜੋੜੀਆਂ ਵਿਖਾਈਆਂ। ਰਾਜਕੁਮਾਰੀ ਨੂੰ ਇੱਕ ਕੜਾ ਬਹੁਤ ਪਸੰਦ ਆਇਆ, ਪਰ ਉਹਦੇ ਨਾਲ ਦਾ ਦੂਜਾ ਕੜਾ ਨਹੀਂ ਸੀ।
ਪੁੱਛਣ ਤੇ ਵਣਜਾਰੇ ਨੇ ਦੱਸਿਆ, ਮੈਂ ਇੱਕ ਨਦੀ ਕੋਲ ਰੁਕਿਆ ਸੀ। ਇਹਦੇ ਨਾਲ ਦਾ ਇੱਕ ਕੜਾ ਉਸ ਨਦੀ 'ਚ ਡਿੱਗ ਪਿਆ। ਮੈਨੂੰ ਦੱਸ ਦਿਓ ਕਿਹੜੀ ਨਦੀ ਹੈ। ਮੇਰੇ ਪਤੀ ਬਹੁਤ ਵਧੀਆ ਤੈਰਾਕ ਹਨ, ਉਹ ਮੈਨੂੰ ਉੱਥੋਂ ਕੜਾ ਕੱਢ ਕੇ ਲਿਆ ਦੇਣਗੇ। ਵਣਜਾਰੇ ਨੇ ਉਸ ਨਦੀ ਬਾਰੇ ਦੱਸਿਆ ਤੇ ਚਲਾ ਗਿਆ। ਰਾਜਕੁਮਾਰ ਆਇਆ ਤਾਂ ਰਾਜਕੁਮਾਰੀ ਨੇ ਉਹਨੂੰ ਆਪਣੀ ਖਾਹਿਸ਼ ਦੱਸੀ, ਪਰ ਰਾਜਕੁਮਾਰ ਨਦੀ 'ਚ ਜਾਣਾ ਨਹੀਂ ਸੀ ਚਾਹੁੰਦਾ। ਰਾਜਕੁਮਾਰੀ ਕੜੇ ਪ੍ਰਾਪਤ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਸੀ। ਉਹਨੇ ਰੋਟੀ ਪਾਣੀ ਛੱਡ ਦਿੱਤੀ, ਰੋਟੀ ਖਾਣੀ ਛੱਡ ਦਿੱਤੀ। ਉਹਦਾ ਸਰੀਰ ਸੁੱਕਣ ਲੱਗਿਆ। ਅੰਤ ਰਾਜਕੁਮਾਰ ਨਾ ਚਾਹੁੰਦਿਆਂ ਵੀ ਰਾਜਕੁਮਾਰੀ ਨੂੰ ਨਾਲ ਲੈ ਕੇ ਨਦੀ ਕਿਨਾਰੇ ਗਿਆ ਤੇ ਰਾਜਕੁਮਾਰੀ ਨੂੰ ਕਿਨਾਰੇ ਬਿਠਾ ਕੇ ਆਪ ਕੜਾ ਲੱਭਣ ਲਈ ਨਦੀ 'ਚ ਉਤਰ ਗਿਆ। ਜਿਉਂ ਹੀ ਨਦੀ 'ਚ ਉਤਰਿਆ, ਨਾਗ ਕਨਿਆਵਾਂ ਉਹਨੂੰ ਘੇਰ ਕੇ ਨਾਗਲੋਕ 'ਚ ਲੈ ਗਈਆਂ। ਬਹੁਤ ਸਮਾਂ ਉਡੀਕਣ ਤੇ ਵੀ ਜਦੋਂ ਰਾਜਕੁਮਾਰ ਉੱਤੇ ਨਾ ਆਇਆ ਤਾਂ ਰਾਜਕੁਮਾਰੀ ਨੇ ਸਮਝਿਆ ਕਿ ਰਾਜਕੁਮਾਰ ਡੁੱਬ ਗਿਆ। ਇਸ ਦੀ ਜ਼ਿੰਮੇਵਾਰ ਉਹ ਆਪ ਹੀ ਹੈ। ਇਸ ਦਾ ਪਛਤਾਤਾਪ ਕਰਨ ਲਈ ਉਸਨੇ ਨਦੀ ਕਿਨਾਰੇ ਹੀ ਝੁੱਗੀ ਬਣਾਈ ਤੇ ਵਿਧਵਾਵਾਂ ਵਾਂਗੂ ਰਹਿਣ ਲੱਗੀ। ਆਉਂਦੇ ਜਾਂਦੇ ਸਾਧੂ ਸੰਤਾਂ ਨੂੰ ਖਾਣਾ ਖੁਆ ਕੇ ਸਧਾਰਨ ਜੀਵਨ ਬਤੀਤ ਕਰਨ ਲੱਗੀ। ਇੱਕ ਰਾਤ ਉਹ ਆਪਣੀ ਝੁੱਗੀ 'ਚ ਸੌਂ ਰਹੀ ਸੀ ਕਿ ਉਸਨੂੰ ਗਾਉਣ ਵਜਾਉਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਉੱਠ ਕੇ ਬਾਹਰ ਨਿਕਲੀ ਤੇ ਵੇਖਿਆ ਕਿ ਨਾਗ ਨਦੀ ਵਿੱਚ ਉਤਰ ਰਹੇ ਹਨ। ਉਹਨਾਂ ਵਿੱਚ ਸਭ ਤੋਂ ਮਗਰ ਨਾਗਰਾਜ ਵੀ ਹੈ। ਉਸਨੇ ਨਾਗਰਾਜ ਨੂੰ ਪਛਾਣ ਲਿਆ ਤੇ ਜਾ ਕੇ ਉਹਦੇ ਪੈਰਾਂ ਤੇ ਡਿੱਗ ਪਈ। ਨਾਗਰਾਜ ਨੇ ਵੀ ਉਹਨੂੰ ਪਛਾਣ ਲਿਆ ਤੇ ਬੋਲਿਆ, ਮੇਰੇ ਕਈ ਵਾਰ ਨਾ ਕਰਨ ਤੇ ਵੀ ਤੂੰ ਮੈਨੂੰ ਨਦੀ 'ਚ ਉਤਰਨ ਲਈ ਮਜਬੂਰ ਕੀਤਾ। ਹੁਣ ਮੈਂ ਉੱਤੇ ਨਹੀਂ ਆ ਸਕਦਾ, ਮੈਨੂੰ ਇਹ ਸਾਰੇ ਮਿਲ ਕੇ ਮਾਰ ਦੇਣਗੇ। ਰਾਜਕੁਮਾਰੀ ਅੱਖਾਂ 'ਚ ਅੱਥਰੂ ਭਰ ਕੇ ਬੋਲੀ, ਸੁਆਮੀ ਤੁਸੀਂ ਮੈਨੂੰ ਆਪਣੇ ਨਾਲ ਲੈ ਚੱਲੋ, ਮੈਂ ਤੁਹਾਡੇ ਲੋਕ ਵਿੱਚ ਹੀ ਤੁਹਾਡੇ ਕੋਲ ਰਹਾਂਗੀ। ਨਾਗਰਾਜ ਉਹਨੂੰ ਆਪਣੇ ਨਾਲ ਲੈ ਕੇ ਜਾਣ ਲਈ ਰਾਜੀ ਹੋ ਗਿਆ। ਉਹ ਉਹਨੂੰ ਆਪਣੇ ਪਿਤਾ ਨਾਲ ਮਿਲਾਉਣਾ ਚਾਹੁੰਦਾ ਸੀ। ਨਾਗਰਾਜ ਨੂੰ ਯਕੀਨ ਸੀ ਕਿ ਜੇ ਰਾਜਕੁਮਾਰੀ ਉਹਦੇ ਪਿਤਾ ਨੂੰ ਮਿਲ ਲਏਗੀ ਤਾਂ ਉਹਦੇ ਪਿਤਾ ਜ਼ਰੂਰ ਹੀ ਰਾਜਕੁਮਾਰੀ ਨੂੰ ਆਪਣੇ ਨਾਗਲੋਕ ਵਿੱਚ ਰੱਖਣ ਲਈ ਮੰਨ ਜਾਣਗੇ। ਪਰ ਨਾਗਰਾਜ ਅਜੇ ਰਾਜਕੁਮਾਰੀ ਨੂੰ ਲੈ ਕੇ ਨਦੀ ਵਿੱਚੋਂ ਉਤਰ ਹੀ ਰਿਹਾ ਸੀ ਕਿ ਨਾਗ ਕਨਿਆਵਾਂ ਜਿਹੜੀਆਂ ਰਾਜਕੁਮਾਰ ਨਾਲ ਵਿਆਹ ਕਰਵਾਉਣਾ ਚਾਹੁੰਦੀਆਂ ਸਨ ਨੇ ਰਾਜਕੁਮਾਰੀ ਨੂੰ ਡੰਗ ਮਾਰਿਆ, ਜਿਸ ਦੇ ਜ਼ਹਿਰ ਨਾਲ ਰਾਜਕੁਮਾਰੀ ਨਾਗਰਾਜ ਦੇ ਪਿਤਾ ਨੂੰ ਮਿਲਣ ਤੋਂ ਪਹਿਲਾਂ ਹੀ ਮਰ ਗਈ। ਰਾਜਕੁਮਾਰ ਬਹੁਤ ਦੁਖੀ ਹੋਇਆ। ਉਸਨੇ ਰਾਜਕੁਮਾਰੀ ਦਾ ਬੇਜਾਨ ਸਰੀਰ ਨਦੀ ਕਿਨਾਰੇ ਲਿਆ ਕੇ ਰੱਖਿਆ ਤੇ ਉਹ ਰੋਜ਼ ਉਹਦੇ ਸਰੀਰ ਨੂੰ ਤਾਜ਼ੇ ਫੁੱਲਾਂ ਨਾਲ ਢੱਕ ਜਾਂਦਾ। ਇੱਕ ਦਿਨ ਇੱਕ ਯੋਗੀ ਉਸ ਰਸਤੇ ਤੋਂ ਲੰਘ ਰਿਹਾ ਸੀ ਤਾਂ ਇੱਕ ਖੂਬਸੂਰਤ ਨਾਰੀ ਦਾ ਸਰੀਰ ਵੇਖ ਕੇ ਉਹਨੂੰ ਬੜੀ ਦਇਆ ਆਈ। ਉਸਨੇ ਆਪਣੀ ਸ਼ਕਤੀ ਨਾਲ ਸਾਰਾ ਜ਼ਹਿਰ ਚੂਸ ਲਿਆ ਤੇ ਰਾਜਕੁਮਾਰੀ ਨੂੰ ਫੇਰ ਜਿਉਂਦਾ ਕਰ ਦਿੱਤਾ। ਉਸਨੇ ਯੋਗੀ ਨੂੰ ਦੱਸਿਆ ਕਿ ਉਹ ਕੌਣ ਹੈ ਤੇ ਕਿਉਂ ਉਹਦੀ ਅਜਿਹੀ ਹਾਲਤ ਹੋਈ ਹੈ। ਉਹਦੀ ਦੁੱਖ ਭਰੀ ਕਹਾਣੀ ਸੁਣ ਕੇ ਯੋਗੀ ਬੋਲਿਆ, ਤੇਰਾ ਪਤੀ ਅਜੇ ਵੀ ਜਿਉਂਦਾ ਹੈ, ਉਹੀ ਤੇਰੇ ਸਰੀਰ ਤੇ ਹਰ ਰੋਜ਼ ਤਾਜ਼ੇ ਫੁੱਲ ਰੱਖ ਜਾਂਦਾ ਹੈ। ਰਾਜਕੁਮਾਰੀ ਹੁਣ ਨਾਗਰਾਜ ਦੀ ਉਡੀਕ ਕਰਨ ਲੱਗੇ। ਰਾਤ ਵੇਲੇ ਰਾਜਕੁਮਾਰ ਫੇਰ ਬਹੁਤ ਸਾਰੇ ਫੁੱਲ ਲੈ ਕੇ ਆਇਆ। ਰਾਜਕੁਮਾਰੀ ਨੂੰ ਜਿਉਂਦੀ ਵੇਖ ਕੇ ਉਹਦੀ ਖੁਸ਼ੀ ਦੀ ਹੱਦ ਨਾ ਰਹੀ। ਰਾਜਕੁਮਾਰੀ ਨੇ ਉਹਨੂੰ ਯੋਗੀ ਦੁਆਰਾ ਜਿਉਂਦੇ ਕੀਤੇ ਜਾਣ ਦੀ ਸਾਰੀ ਕਹਾਣੀ ਸੁਣਾਈ। ਨਾਗਰਾਜ ਹੁਣ ਉਹਨੂੰ ਹੋਰ ਨਾਗਾਂ ਦੀ ਨਜ਼ਰ ਤੋਂ ਬਚਾ ਕੇ ਆਪਣੇ ਪਿਤਾ ਕੋਲ ਲੈ ਗਿਆ ਤੇ ਉਸ ਨੂੰ ਆਪਣੀ ਦੁਨੀਆ 'ਚ ਰੱਖਣ ਦੀ ਇਜਾਜ਼ਤ ਮੰਗੀ। ਰਾਜਕੁਮਾਰੀ ਨਾਗਰਾਜ ਦੇ ਪਿਤਾ ਦੇ ਪੈਰਾਂ ਤੇ ਡਿੱਗ ਪਈ। ਇੰਨੀ ਸੋਹਣੀ ਰਾਜਕੁਮਾਰੀ ਨੂੰ ਵੇਖਦੇ ਹੀ ਨਾਗਰਾਜ ਦੇ ਪਿਤਾ ਨੇ ਉਸ ਨੂੰ ਆਪਣੇ ਲੋਕ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਨਾਗਰਾਜ ਤੇ ਰਾਜਕੁਮਾਰੀ ਖੁਸ਼ੀ-ਖੁਸ਼ੀ ਰਹਿਣ ਲੱਗੇ। ਧੰਨਵਾਦ।